ਹਾਂਜੀ, ਵੀਡੀਓ ਦੇਖ ਰਹੇ ਸਾਰੇ ਦੋਸਤਾਂ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਉਮੀਦ ਕਰਦੇ ਹਾਂ ਕਿ ਤੁਸੀਂ ਪੂਰਾ ਜੀ-ਜਾਨ ਲਾ ਕੇ ਤਿਆਰੀ ਕਰ ਰਹੇ ਹੋਵੋਗੇ। ਸੋ ਇਹ ਜਿਹੜੀ ਆਪਣੀ ਲੜੀਵਾਰ ਆਪਾਂ ਡਿਸਕਸ ਕਰ ਰਹੇ ਹਾਂ ਪੰਜਾਬ ਪਟਵਾਰੀ ਦੇ ਪੁਰਾਣੇ ਕੁਐਸਚਨ 2021 ਦੇ, ਉਹਦਾ ਪਾਰਟ 1 ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਜੇਕਰ ਤੁਸੀਂ ਉਹ ਨਈ ਵੀਡੀਓ ਦੇਖੀ ਤਾਂ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਦਿੱਤਾ ਹੋਇਆ, ਉੱਥੇ ਜਾ ਕੇ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ। ਸੋ ਇਹ ਪਾਰਟ ਹੈਗਾ ਦੂਸਰਾ। ਇਹਦੇ ਵਿੱਚ ਆਪਾਂ ਦੇਖਾਂਗੇ ਜਿਹੜੇ ਪੰਜਾਬ ਪਟਵਾਰੀ ਮੇਨ ਜਿਹੜਾ ਹੋਇਆ ਸੀ 2021 ਵਾਲਾ, ਉਹਦੇ ਵਿੱਚ ਕੰਪਿਊਟਰ ਦੇ ਕੁਐਸਚਨ ਪੁੱਛੇ ਗਏ ਸੀ, ਉਹ ਆਪਾਂ ਇੱਕ ਇੱਕ ਕਰਕੇ ਦੇਖਦੇ ਹਾਂ। ਸੋ ਇਸ ਤੋਂ ਬਿਨਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਜੁੜੇ ਹੋ ਤਾਂ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਪੰਜਾਬ ਪਟਵਾਰੀ ਵਾਸਤੇ ਇਹ ਵਾਲੀਆਂ ਪਲੇਲਿਸਟ ਤੁਸੀਂ ਦੇਖ ਸਕਦੇ ਹੋ, ਹਨਾ। ਇਹਨਾਂ ਦੇ ਵਿੱਚ ਤੁਹਾਨੂੰ ਵਧੀਆ ਕੰਟੈਂਟ ਮਿਲੂਗਾ। ਗ੍ਰੈਂਡ ਸੀਰੀਜ਼ ਹੈ, ਪਹਿਲੀ ਪਲੇਲਿਸਟ 15 ਵੀਡੀਓ ਨੇ, ਇੱਕ ਮੈਰਾਥਨ ਨੇ, ਇਹ ਜਰੂਰ ਦੇਖਿਓ। ਇੱਕ ਆਫਿਸ ਪ੍ਰੋਡਕਟਿਵਿਟੀ ਟੂਲ ਦੀਆਂ 7 ਵੀਡੀਓਜ਼ ਨੇ। ਇਹਨਾਂ ਵੀਡੀਓਜ਼ ਨੂੰ ਤੁਸੀਂ ਜਰੂਰ ਦੇਖਿਓ, ਇਹਦੇ ਨਾਲ ਤੁਹਾਡੀ ਤਿਆਰੀ ਨੂੰ ਹੋਰ ਇੰਪਰੂਵਮੈਂਟ ਮਿਲੂਗੀ। ਤੇ ਪੁਰਾਣੇ ਕੁਐਸਚਨ ਹੀ ਆਪਾਂ ਥਿਊਰੀ ਵੀ ਨਾਲ ਕਰਾਈ ਹੋਈ ਹੈ, ਸਕਰੀਨਸ਼ਾਟ ਵਗੈਰਾ ਲੈ ਸਕਦੇ ਹੋ। ਤੇ ਪੰਜਾਬ ਪੁਲਿਸ ਸਬ ਇੰਸਪੈਕਟਰ ਦੀ ਤਿਆਰੀ ਕਰ ਰਹੇ ਹੋ ਜੇ, ਉਹਦੇ ਵਾਸਤੇ ਵੀ ਆਪਾਂ ਪਲੇਲਿਸਟ ਐਡ ਕੀਤੀਆਂ ਹੋਈਆਂ ਨੇ, ਉਹ ਤੁਸੀਂ ਦੇਖ ਸਕਦੇ ਹੋ। ਤੇ ਤੁਸੀਂ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਜੇਕਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਆਪਣਾ ਟਾਰਗੇਟ ਹੈ ਸਬ ਇੰਸਪੈਕਟਰ ਦੇ ਪੇਪਰ ਤੱਕ 5000 ਸਬਸਕ੍ਰਾਈਬਰ ਤੱਕ ਆਪਾਂ ਪਹੁੰਚਣਾ ਹੈ। ਉਹਦੇ ਲਈ ਤੁਸੀਂ ਸਾਡੀ ਹੈਲਪ ਕਰ ਸਕਦੇ ਹੋ। ਸੋ ਸਟਾਰਟ ਕਰਦੇ ਹਾਂ। ਪਹਿਲਾ ਸਵਾਲ ਹੈ, ਕਹਿੰਦਾ MICR ਸਟੈਂਡਸ ਫॉर। MICR ਕੀ ਹੁੰਦਾ? ਮੈਗਨੈਟਿਕ ਇੰਕ ਕਰੈਕਟਰ, ਜਾਂ ਤਾਂ ਰੀਡਰ ਹੁੰਦਾ ਆਰ ਤੇ, ਜਾਂ ਰਿਕੋਗਨਾਈਜ਼ਰ ਜਾਂ ਰਿਕੋਗਨੀਸ਼ਨ ਵੀ ਬੋਲਿਆ ਜਾਂਦਾ। ਸੋ ਆਨਸਰ ਆਪਾਂ ਨੂੰ ਕਿਹੜਾ ਲੱਗਦਾ? ਵੈਸੇ ਦੋ ਤਿੰਨ ਕਈ ਵਾਰ ਇੱਕੋ ਜਿਹੇ ਲੱਗਦੇ ਹੁੰਦੇ ਨੇ। ਕਰੈਕਟਰ ਹੈਗਾ ਤਾਂ ਮੈਨੂੰ ਲੱਗਦਾ ਕਰੈਕਟਰ ਪਹਿਲੇ ਦੇ ਵਿੱਚ ਹੀ ਹੈ, ਤਾਂ ਫਿਰ ਇਹਦਾ ਆਨਸਰ A ਹੋ ਜਾਊਗਾ। ਠੀਕ ਹੈ। ਅਗਲਾ ਸਵਾਲ, ਦੀ ਮੋਸਟ ਫ੍ਰੀਕੁਐਂਟਲੀ ਯੂਜ਼ਡ ਇੰਸਟਰਕਸ਼ਨ ਆਫ ਕੰਪਿਊਟਰ ਪ੍ਰੋਗਰਾਮ ਆਰ ਲਾਈਕਲੀ ਟੂ ਬੀ ਫੈਚਡ ਫਰੋਮ। ਕਹਿੰਦਾ ਕੰਪਿਊਟਰ ਦੇ ਵਿੱਚ ਜਿਹੜੀਆਂ ਮੋਸਟ ਫ੍ਰੀਕੁਐਂਟਲੀ ਇੰਸਟਰਕਸ਼ਨਾਂ ਹੁੰਦੀਆਂ ਨੇ ਉਹ ਕਿੱਥੋਂ ਫੈਚ ਕੀਤੀਆਂ ਜਾਂਦੀਆਂ ਨੇ। ਸੋ ਪਹਿਲਾਂ ਆਪਾਂ ਬੇਸਿਕ ਪਾਰਟ ਦੇ ਵਿੱਚ ਇਹ ਵਾਲੀ ਡਾਇਗਰਾਮ ਦੇਖ ਚੁੱਕੇ ਹਾਂ ਕਿ ਇਹ ਵਾਲਾ ਹੁੰਦਾ CPU, ਸੈਂਟਰਲ ਪ੍ਰੋਸੈਸਿੰਗ ਯੂਨਿਟ। ਇਹਦੇ ਵਿੱਚ ਰਜਿਸਟਰ ਹੁੰਦੇ ਨੇ R1 R2 ਆਪਾਂ ਪੜ੍ਹ ਚੁੱਕੇ ਹਾਂ, ਹਨਾ। ਪਹਿਲੇ ਪਾਰਟ ਦੇ ਵਿੱਚ ਵੀ ਦੇਖੇ ਸੀ CPU ਦੇ ਵਿੱਚ ਵੇਰੀਅਸ ਰਜਿਸਟਰ ਹੁੰਦੇ ਨੇ। ਤੇ ਕੈਸ਼ੇ ਵੀ CPU ਦਾ ਪਾਰਟ ਹੀ ਹੁੰਦੀ ਹੈ, ਚਾਹੇ ਉਹ ਵਿੱਚ ਲਾਈ ਕਰੇ CPU ਦੇ ਜਾਂ ਬਿਲਕੁਲ ਨੇੜੇ ਹੋਵੇ, ਤਾਂ ਇਹਦਾ ਹੀ ਪਾਰਟ ਮੰਨੀ ਜਾਂਦੀ ਹੈ। ਤਾਂ CPU ਜਿਹੜਾ ਹੈ ਸਭ ਤੋਂ ਪਹਿਲਾਂ ਕੈਸ਼ੇ ਦੇ ਵਿੱਚੋਂ ਡੇਟਾ ਐਕਸੈਸ ਕਰੂਗਾ। ਤੁਹਾਡਾ ਸਵਾਲ ਹੋ ਸਕਦਾ ਰਜਿਸਟਰਾਂ 'ਚੋਂ ਕਿਉਂ ਨਹੀਂ ਕਰਦਾ? ਰਜਿਸਟਰਾਂ ਦੇ ਵਿੱਚ ਤਾਂ ਉਹ ਪ੍ਰੋਸੈਸਿੰਗ ਕਰਦਾ ਹੈ, ਜਿਵੇਂ ਦੋ ਨੰਬਰਾਂ ਦੀ ਐਡੀਸ਼ਨ ਕਰਨੀ, ਸਬਟਰੈਕਸ਼ਨ ਕਰਨੀ, ਜਿੰਨੀਆਂ ਵੀ ਕੈਲਕੂਲੇਸ਼ਨਾਂ ਨੇ ਸਾਰੀਆਂ ਕਾਹਦੇ ਥਰੂ ਹੁੰਦੀਆਂ ਨੇ? ਰਜਿਸਟਰਾਂ ਦੇ ਥਰੂ ਹੁੰਦੀਆਂ ਨੇ। ਤਾਂ ਕੈਸ਼ੇ ਦੇ ਵਿੱਚੋਂ ਸਭ ਤੋਂ ਜ਼ਿਆਦਾ ਡੇਟਾ, ਸਭ ਤੋਂ ਜ਼ਿਆਦਾ ਨਹੀਂ, ਸਭ ਤੋਂ ਪਹਿਲਾਂ ਜਿਹੜਾ ਡੇਟਾ ਐਕਸੈਸ ਕਰੂਗਾ ਕੈਸ਼ੇ ਚੋਂ। ਜੇ ਕੈਸ਼ੇ ਮੈਮਰੀ ਚੋਂ ਨਹੀਂ ਮਿਲਦਾ ਤਾਂ ਕਿੱਥੋਂ ਐਕਸੈਸ ਕਰੂਗਾ? ਰੈਮ ਦੇ ਵਿੱਚੋਂ। ਤੇ ਜੇ ਰੈਮ ਚੋਂ ਵੀ ਨਹੀਂ ਮਿਲਦਾ ਫਿਰ ਹਾਰਡ ਡਿਸਕ ਦੇ ਵਿੱਚੋਂ ਐਕਸੈਸ ਕਰੂਗਾ। ਰੈਮ ਨੂੰ ਆਪਾਂ ਨੂੰ ਪਤਾ ਹੈ ਫਿਜ਼ੀਕਲ ਮੈਮਰੀ ਵੀ ਕਿਹਾ ਜਾਂਦਾ ਹੈ। ਓਨਲੀ ਰੈਮ ਇਜ਼ ਨੋਨ ਐਜ਼ ਫਿਜ਼ੀਕਲ ਮੈਮਰੀ, ਆਲ ਅਦਰ ਮੈਮਰੀਜ਼ ਆਰ ਨੋਨ ਐਜ਼ ਲੌਜੀਕਲ ਮੈਮਰੀ। ਸੋ ਕੈਸ਼ੇ ਦੇ ਵਿੱਚ ਕੀ ਹੁੰਦਾ ਹੈ? ਇਹਦੇ ਵਿੱਚ ਮੋਸਟ ਫ੍ਰੀਕੁਐਂਟਲੀ ਯੂਜ਼ਡ ਡੇਟਾ ਸਟੋਰ ਹੁੰਦਾ। ਮੋਸਟ ਫ੍ਰੀਕੁਐਂਟਲੀ ਯੂਜ਼ਡ ਡੇਟਾ, ਕੈਸ਼ੇ ਦੇ ਵਿੱਚ ਜਿਹੜੇ ਆਪਰੇਸ਼ਨਸ ਪਰਫਾਰਮ ਕਰਨ ਲਈ ਡੇਟਾ ਚਾਹੀਦਾ ਹੈ ਨਾ, ਮੋਸਟ ਫ੍ਰੀਕੁਐਂਟਲੀ ਉਹ ਕੈਸ਼ੇ ਦੇ ਵਿੱਚ ਪਿਆ ਹੋਊਗਾ। ਪ੍ਰਾਇਮਰੀ ਮੈਮਰੀ ਜਾਂ ਰੈਮ ਦੇ ਵਿੱਚ ਫ੍ਰੀਕੁਐਂਟਲੀ ਯੂਜ਼ਡ ਡੇਟਾ ਆ ਜਾਊਗਾ। ਠੀਕ ਹੈ, ਫ੍ਰੀਕੁਐਂਟਲੀ, ਇਹ ਯਾਦ ਰੱਖਣਾ ਟਰਮ। ਜੇ ਫ੍ਰੀਕੁਐਂਟਲੀ ਪੁੱਛ ਲੇ ਤਾਂ ਕਾਹਦੇ ਚ ਹੋਊਗਾ? ਜਿਵੇਂ ਆਪਾਂ ਨੂੰ ਪੁੱਛਿਆ ਕੀ ਆ ਉਹਨੇ, ਮੋਸਟ ਫ੍ਰੀਕੁਐਂਟਲੀ ਪੁੱਛ ਲਿਆ ਤਾਂ ਹੁਣ ਰੈਮ ਵੀ ਹੈਗਾ ਆਨਸਰ ਤੇ ਕੈਸ਼ੇ ਵੀ ਆ। ਰਜਿਸਟਰ ਪ੍ਰੋਸੈਸਿੰਗ ਦੇ ਲਈ ਵਰਤਿਆ ਜਾਂਦਾ, ਹਾਰਡ ਡਿਸਕ ਬਹੁਤ ਪਿੱਛੇ ਰਹਿ ਗਿਆ, ਤਾਂ ਇੱਥੇ ਫਿਰ ਇਹਦਾ ਆਪਣਾ ਆਨਸਰ ਹੋ ਜਾਊਗਾ ਕੈਸ਼ੇ ਮੈਮਰੀ। ਕਲੀਅਰ ਹੋਈ ਗੱਲ? ਸੋ ਫਿਰ ਇਹਦਾ ਕੀ ਸੀਗਾ? B ਆਨਸਰ ਹੈ। ਅਗਲਾ ਸਵਾਲ, PRAM ਇਜ਼ ਐਗਜ਼ਾਮਪਲ ਆਫ। PRAM ਕਿਹਦੀ ਐਗਜ਼ਾਮਪਲ ਹੈ? ਵੈਸੇ ਤਾਂ ਐਬਰੀਵੇਸ਼ਨ ਪੁੱਛ ਸਕਦਾ ਹੈ, ਪੈਰਲਲ ਮਸ਼ੀਨ, PRALL, ਪੈਰਲਲ, M ਤੇ ਹੋ ਗਿਆ ਮਸ਼ੀਨ। ਇਹ ਕੰਪਿਊਟਰ ਹੈ ਇੱਕ ਤਰ੍ਹਾਂ ਦਾ। ਕੀ ਕਹਿੰਦਾ ਇਹ? PC ਹੈ, ਲੈਪਟਾਪ ਹੈ ਕਿ PDA ਹੈ? PC ਹੁੰਦਾ ਪਰਸਨਲ ਕੰਪਿਊਟਰ। ਪਰਸਨਲ ਕੰਪਿਊਟਰ ਹੈਗਾ ਜਿਹੜਾ ਪਰਸਨਲ ਕੰਪਿਊਟਰ, ਇਹ ਸਭ ਤੋਂ ਪਹਿਲੀ ਵਾਰੀ ਬਣਿਆ ਸੀ 1975 ਦੇ ਵਿੱਚ। ਤੇ ਫਾਦਰ ਆਫ ਪਰਸਨਲ ਕੰਪਿਊਟਰ ਕਿਹਨੂੰ ਕਿਹਾ ਜਾਂਦਾ ਹੈ? ਹੈਨਰੀ ਐਡਵਰਡ ਰੋਬਰਟ। ਇਹ ਯਾਦ ਰੱਖਿਓ, ਕਈ ਵਾਰੀ ਪੁੱਛਿਆ ਜਾ ਸਕਦਾ ਹੈ। ਜੇ ਫਾਦਰ ਆਫ ਪਰਸਨਲ ਕੰਪਿਊਟਰ ਪੁੱਛ ਲੇ ਤਾਂ ਹੈਨਰੀ ਐਡਵਰਡ ਰੋਬਰਟ। ਜੇ ਫਾਦਰ ਆਫ ਕੰਪਿਊਟਰ ਪੁੱਛ ਲੇ ਤਾਂ ਚਾਰਲਸ ਬੈਬੇਜ। ਜੇ ਫਾਦਰ ਆਫ ਥਿਓਰੈਟੀਕਲ ਕੰਪਿਊਟਰ ਪੁੱਛ ਲੇ ਜਾਂ ਫਾਦਰ ਆਫ ਕੰਪਿਊਟਰ ਸਾਇੰਸ ਪੁੱਛ ਲੇ ਤਾਂ ਕੀ ਹੋ ਜਾਊਗਾ? ਐਲਨ ਟਿਊਰਿੰਗ ਉਹਦਾ ਫਾਦਰ ਹੋ ਜਾਊਗਾ। ਠੀਕ ਹੈ, ਯਾਦ ਰੱਖਣਾ। PDA ਹੁੰਦਾ ਪਰਸਨਲ ਡਿਜੀਟਲ ਅਸਿਸਟੈਂਟ, ਜਿਹੜੇ ਮਤਲਬ ਆਪਣੇ ਕਿਸੇ ਜਿਵੇਂ ਫੋਨ ਹੁੰਦੇ ਨੇ ਆਪਣੇ PDA ਟਾਈਪ ਹੀ ਹੁੰਦੇ ਨੇ। ਕਿਸੇ ਸਪੈਸੀਫਿਕ ਫੰਕਸ਼ਨ ਦੇ ਲਈ ਜਿਹੜਾ ਡਿਵਾਈਸ ਹੁੰਦਾ ਉਹ PDA ਹੁੰਦਾ। ਲੈਪਟਾਪ ਵੀ ਪਰਸਨਲ ਕੰਪਿਊਟਰ ਦਾ ਹੀ ਪਾਰਟ ਹੈ। ਆਪਾਂ ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਕਿ ਮੇਰੇ ਕੋਲ PC ਹੈ, ਲੈਪਟਾਪ। ਅਸੀਂ ਕੰਪਿਊਟਰ ਨੂੰ, ਡੈਸਕਟਾਪ ਨੂੰ ਅਸੀਂ PC ਬੋਲਦੇ ਹਾਂ, ਨਹੀਂ।
पीसी का मतलब पर्सनल, लैपटॉप भी पर्सनल है, डेस्कटॉप भी पर्सनल है, ठीक है। हाँ, पर्सनल ਹੁੰਦਾ ਜਿਹੜਾ ਕਿਸੇ ਇੰਡੀਵਿਜੂਅਲ ਯੂਜ਼ਰ ਦੇ ਲਈ ਕੰਮ ਕਰੇ, ਤਾਂ ਫਿਰ ਇਹਦਾ ਆਨਸਰ ਹੈਗਾ ਸੁਪਰ ਕੰਪਿਊਟਰ। ਤਾਂ ਆਪਾਂ ਪੜ੍ਹ ਲੈਂਦੇ ਹਾਂ ਸੁਪਰ ਕੰਪਿਊਟਰ ਜਾਂ ਟਾਈਪਸ ਆਫ ਕੰਪਿਊਟਰ, ਪਹਿਲਾਂ ਦੇਖ ਲੈਂਦੇ ਹਾਂ। ਟਾਈਪਸ ਆਫ ਕੰਪਿਊਟਰ ਨੂੰ ਅਸੀਂ ਦੋ ਕੈਟਾਗਰੀਜ਼ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ ਔਨ ਦਾ ਬੇਸਿਸ ਆਫ ਸਾਈਜ਼। ਜੇਕਰ ਆਪਾਂ ਸਾਈਜ਼ ਵੱਡੇ ਛੋਟੇ ਦੀ ਗੱਲ ਕਰੀਏ ਤਾਂ ਇਹਦੇ ਬੇਸ ਤੇ ਸੁਪਰ ਕੰਪਿਊਟਰ ਜਿਹੜਾ ਕਿ ਮਲਟੀ ਯੂਜ਼ਰ ਹੁੰਦਾ, ਇਹਦੇ ਵਿੱਚ ਇੱਕ ਤੋਂ ਜ਼ਿਆਦਾ ਯੂਜ਼ਰ ਨੇ ਜਿਹੜੇ ਕੰਮ ਕਰ ਸਕਦੇ ਨੇ, ਠੀਕ ਹੈ। ਫਿਰ ਹੁੰਦਾ ਆਪਣੇ ਕੋਲੇ ਮੇਨ ਫਰੇਮ ਜਾਂ ਜਿਹਨੂੰ ਮਿਡ ਰੇਂਜ ਕੰਪਿਊਟਰ ਵੀ ਕਿਹਾ ਜਾਂਦਾ, ਇਹ ਵੀ ਮਲਟੀ ਯੂਜ਼ਰ ਕੰਪਿਊਟਰ ਸਿਸਟਮ ਹੁੰਦਾ ਹੈ ਨਾ। ਫਿਰ ਹੁੰਦਾ ਮਿਨੀ ਕੰਪਿਊਟਰ, ਇਹ ਵੀ ਮਲਟੀ ਯੂਜ਼ਰ ਕੰਪਿਊਟਰ ਸਿਸਟਮ ਹੁੰਦਾ ਹੈ। ਫਿਰ ਉਹਦਾ ਵਰਕ ਸਟੇਸ਼ਨ, ਇਹ ਹੁੰਦਾ ਸਿੰਗਲ ਯੂਜ਼ਰ ਕੰਪਿਊਟਰ। ਤੇ ਫਿਰ ਹੁੰਦਾ ਮਾਈਕਰੋ ਕੰਪਿਊਟਰ, ਜਿਹਨੂੰ ਪਰਸਨਲ ਕੰਪਿਊਟਰ ਜਾਂ ਪੀਸੀ ਵੀ ਕਿਹਾ ਜਾਂਦਾ, ਇਹ ਸਿੰਗਲ ਯੂਜ਼ਰ ਹੁੰਦਾ। ਹੁਣ ਸਿੰਗਲ ਯੂਜ਼ਰ ਤੇ ਮਲਟੀ ਯੂਜ਼ਰ ਦਾ ਤੁਸੀਂ ਸਮਝ ਗਏ ਵੀ ਜਿੱਥੇ ਇੱਕੋ ਹੀ ਬੰਦਾ ਐਟ ਏ ਟਾਈਮ ਤੇ ਕੰਮ ਕਰਦਾ ਉਹ ਹੁੰਦਾ ਸਿੰਗਲ ਯੂਜ਼ਰ, ਜਿੱਥੇ ਇੱਕ ਤੋਂ ਜ਼ਿਆਦਾ ਬੰਦੇ ਕੰਮ ਕਰਦੇ ਨੇ ਉਹ ਹੁੰਦਾ ਮਲਟੀ ਯੂਜ਼ਰ। ਹੁਣ ਸੁਪਰ ਕੰਪਿਊਟਰ ਦੀ ਬਹੁਤ ਜ਼ਿਆਦਾ ਪਾਵਰ ਹੈ, ਜਿਵੇਂ ਸਪੇਸ ਐਕਸਪਲੋਰੇਸ਼ਨ, ਅਰਥਕੁਏਕ ਐਨਾਲਿਸਿਸ, ਉੱਥੇ ਕਿਹੜਾ ਕੰਪਿਊਟਰ ਵਰਤਿਆ ਜਾਂਦਾ ਹੈ? ਸੁਪਰ ਕੰਪਿਊਟਰ ਵਰਤਿਆ ਜਾਂਦਾ। ਵੱਡੀ ਸਾਰੀ ਪਾਵਰ ਹੁੰਦੀ ਹੈ, ਬਿਲਡਿੰਗਸ ਦੇ ਵਿੱਚ ਇਹਦਾ ਸਾਈਜ਼ ਹੁੰਦਾ ਹੈ ਨਾ। ਮੇਨ ਫਰੇਮ ਜਾਂ ਮਿਡ ਰੇਂਜ ਹੈਗਾ ਜਿਹੜਾ ਇਹਦੇ ਤੋਂ ਛੋਟਾ, ਇੰਜੀਨੀਅਰਿੰਗ ਕੈਲਕੂਲੇਸ਼ਨਾਂ ਵਾਸਤੇ ਜਾਂ ਵੱਡੀਆਂ ਆਰਗੇਨਾਈਜੇਸ਼ਨਾਂ ਵਾਸਤੇ ਵਰਤਿਆ ਜਾਂਦਾ ਹੈ। ਮਿਨੀ ਕੰਪਿਊਟਰ ਵੀ ਮਲਟੀ ਕੰਪਿਊਟਰ ਹੀ ਹੁੰਦਾ ਹੈ, ਜਿਹੜਾ ਕਿ ਸਮਾਲ ਇੰਡਸਟਰੀ ਜਾਂ ਆਰਗੇਨਾਈਜੇਸ਼ਨ ਦੇ ਲਈ ਵਰਤਿਆ ਜਾਂਦਾ ਹੈ। ਵਰਕ ਸਟੇਸ਼ਨ ਕੀ ਹੁੰਦਾ ਹੈ? ਜਿਵੇਂ ਨਾਰਮਲ ਬੰਦਾ ਹੈ, ਜੇ ਉਹਦਾ ਕੰਮ ਜ਼ਿਆਦਾ, ਉਹ ਐਡੀਟਿੰਗ ਦਾ ਕੰਮ ਕਰਦਾ ਜਾਂ ਉਹਦੀਆਂ ਰਿਸਰਚ ਦਾ ਕੰਮ ਜ਼ਿਆਦਾ ਇੱਕ ਬੰਦੇ ਦਾ, ਜਾਂ ਉਹਨੇ ਗ੍ਰਾਫਿਕਸ ਤੇ ਜ਼ਿਆਦਾ ਕੰਮ ਕਰਨਾ, ਗੇਮਾਂ ਖੇਡਣੀਆਂ ਨੇ, ਜਿਵੇਂ ਉਹਦੇ ਵਿੱਚ ਜੀਪੀਯੂ ਆ ਜਾਂਦਾ, ਗ੍ਰਾਫਿਕ ਪ੍ਰੋਸੈਸਿੰਗ ਯੂਨਿਟ, ਤਾਂ ਉਹ ਹੁੰਦਾ ਵਰਕ ਸਟੇਸ਼ਨ। ਮਾਈਕਰੋ ਕੰਪਿਊਟਰ ਜਾਂ ਪਰਸਨਲ ਕੰਪਿਊਟਰ ਸਿੰਗਲ ਯੂਜ਼ਰ ਹੁੰਦਾ ਹੀ ਹੈ, ਇਹ ਵੀ ਸਿੰਗਲ ਹੀ ਹੁੰਦਾ ਹੈ ਵਰਕ ਸਟੇਸ਼ਨ, ਬਟ ਇਹਦੀ ਪਾਵਰ ਜ਼ਿਆਦਾ ਹੁੰਦੀ ਹੈ। ਇਹਦੇ ਵਿੱਚ ਲੱਗਿਆ ਹੁੰਦਾ ਜੀਪੀਯੂ, ਜੀਪੀਯੂ ਹੁੰਦਾ ਗ੍ਰਾਫਿਕ ਪ੍ਰੋਸੈਸਿੰਗ ਯੂਨਿਟ। ਇੱਕ ਟੀਪੀਯੂ ਵੀ ਹੁੰਦਾ, ਟੀਪੀਯੂ ਹੁੰਦਾ ਟੈਂਸਰ ਪ੍ਰੋਸੈਸਿੰਗ ਯੂਨਿਟ। ਇੱਕ ਐਫਪੀਯੂ ਵੀ ਹੁੰਦਾ, ਐਫਪੀਯੂ ਹੁੰਦਾ ਫਲੋਟਿੰਗ ਪੁਆਇੰਟ ਯੂਨਿਟ। ਤੇ ਸੀਪੀਯੂ ਤਾਂ ਤੁਸੀਂ ਜਾਣਦੇ ਹੀ ਹੋ, ਸੈਂਟਰਲ ਪ੍ਰੋਸੈਸਿੰਗ ਯੂਨਿਟ, ਹੈ ਨਾ। ਫਿਰ ਅਗਲਾ ਆ ਗਿਆ ਔਨ ਦੀ ਬੇਸਿਸ ਆਫ ਡੇਟਾ ਹੈਂਡਲਿੰਗ ਕੈਪੇਬਿਲਿਟੀ। ਡੇਟਾ ਨੂੰ ਹੈਂਡਲ ਕਰਨ ਦੀਆਂ ਕੈਪੇਬਿਲਿਟੀ ਦੇ ਬੇਸਿਸ ਤੇ ਵੀ ਕੰਪਿਊਟਰ ਨੂੰ ਆਪਾਂ ਡਿਵਾਈਡ ਕਰ ਸਕਦੇ ਹਾਂ, ਜਿਵੇਂ ਐਨਾਲੌਗ ਕੰਪਿਊਟਰ ਹੋ ਸਕਦਾ ਹੈ, ਡਿਜੀਟਲ ਕੰਪਿਊਟਰ ਹੋ ਸਕਦਾ ਹੈ, ਤੇ ਹਾਈਬ੍ਰਿਡ ਕੰਪਿਊਟਰ ਹੋ ਸਕਦਾ ਹੈ। ਇੱਕ ਇਹਦੇ ਤੇ ਸਵਾਲ ਪੁੱਛਿਆ ਸੀਗਾ, ਕਹਿੰਦਾ ਵੀ ਕੰਪਿਊਟਰ ਕੀ ਐਨਾਲੌਗ ਡੇਟਾ ਨੂੰ ਹੈਂਡਲ ਕਰ ਸਕਦਾ ਹੈ ਕਿ ਡਿਜੀਟਲ ਨੂੰ ਕਰ ਸਕਦਾ ਹੈ? ਤਾਂ ਦੋਨਾਂ ਨੂੰ ਹੀ ਕਰ ਸਕਦਾ, ਐਨਾਲੌਗ ਤੇ ਡਿਜੀਟਲ ਨੂੰ। ਸਬ ਇੰਸਪੈਕਟਰ ਨਹੀਂ, ਆਂਗਣਵਾੜੀ ਸੁਪਰਵਾਈਜ਼ਰ ਦੇ ਵਿੱਚ ਸਵਾਲ ਪੁੱਛਿਆ ਸੀ, ਜਿਹੜਾ ਕੰਪਿਊਟਰ ਐਨਾਲੌਗ ਤੇ ਡਿਜੀਟਲ ਦੋਨਾਂ ਨੂੰ ਹੈਂਡਲ ਕਰਦਾ ਉਹਨੂੰ ਕੀ ਕਿਹਾ ਜਾਂਦਾ? ਜਿਹੜਾ ਐਨਾਲੌਗ ਤੇ ਡਿਜੀਟਲ ਡੇਟਾ ਨੂੰ ਹੈਂਡਲ ਕਰਦਾ ਉਹਨੂੰ ਕੀ ਕਿਹਾ ਜਾਂਦਾ ਹੈ? ਹਾਈਬ੍ਰਿਡ ਕੰਪਿਊਟਰ ਕਿਹਾ ਜਾਂਦਾ ਹੈ। ਯਾਦ ਰੱਖਣਾ ਸਵਾਲ, ਠੀਕ ਹੈ। ਇੱਕ ਲੱਗਦੇ ਹੱਥ ਹੋਰ ਦੇਖ ਲਈਏ, ਸੁਪਰ ਕੰਪਿਊਟਰ ਤੇ ਪੁੱਛਿਆ ਜਾ ਸਕਦਾ ਹੈ। ਕਹਿੰਦਾ ਵਰਲਡ ਫਾਸਟੈਸਟ ਸੁਪਰ ਕੰਪਿਊਟਰ, ਇਹ ਨਾ 2022 ਸਾਲ ਦਾ, ਇਹ ਥੋੜੇ ਸਮੇਂ ਬਾਅਦ ਬਦਲਦਾ ਰਹਿੰਦਾ ਹੈ। ਤਾਂ ਇਹ ਤੁਸੀਂ ਪਲੀਜ਼ ਆਪਦੇ ਪੇਪਰ ਤੋਂ ਜਾਣ ਤੋਂ 1 ਜਾਂ 2 ਦਿਨ ਪਹਿਲਾਂ ਕਰੰਟ ਦਾ ਇਹ ਜ਼ਰੂਰ ਚੈੱਕ ਕਰਿਓ, ਕਿਉਂਕਿ ਕਰੰਟ ਦਾ ਸਵਾਲ ਹੈ ਇਹ। ਦੁਨੀਆ ਦਾ ਅੱਜ ਕੱਲ ਫਾਸਟੈਸਟ ਕੰਪਿਊਟਰ ਕਿਹੜਾ ਹੈ? ਤਾਂ ਉਹ ਫਰੰਟੀਅਰ ਹੈ 2022 ਦੇ ਵਿੱਚ, ਹਜੇ ਵੀ ਇਹੀ ਚੱਲ ਰਿਹਾ, ਤੁਸੀਂ ਚੈੱਕ ਕਰ ਲਿਓ ਆਪਦੇ ਆਪ ਵੀ, ਠੀਕ ਹੈ। ਯੂਐਸ ਕੰਟਰੀ ਦਾ ਤੇ ਸਪੀਡ ਇਹਦੀ ਹੈਗੀ ਹੈ ਜਿਹੜੀ ਐਗਜ਼ਾਫਲੌਪਸ ਦੇ ਵਿੱਚ ਹੈ। ਪਹਿਲੀ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਸੀ ਜਿਹੜੀ CPU ਦੀ ਸਪੀਡ ਆ, CPU ਦੀ ਸਪੀਡ ਨੂੰ ਆਪਾਂ ਕਿਹਾ ਸੀਗਾ ਹਰਟਸ ਦੇ ਵਿੱਚ ਹੁੰਦੀ ਹੈ, HZ ਹਰਟਸ, ਠੀਕ ਹੈ। ਇਹ ਕਿਲੋ ਹਰਟਸ ਹੋ ਸਕਦੀ ਹੈ, ਮੈਗਾ ਹਰਟਸ ਤੇ ਗੀਗਾ ਹਰਟਸ। ਜਿਹੜਾ ਸੁਪਰ ਕੰਪਿਊਟਰ ਦੀ ਸਪੀਡ ਹੈ ਨਾ, ਇਹ ਫਲॉप्स ਦੇ ਵਿੱਚ ਹੁੰਦੀ ਹੈ, ਲਿਖਣਾ ਤਾਂ ਲਿਖ ਲਿਓ, ਫਲॉप्स ਦੇ ਵਿੱਚ ਹੁੰਦੀ ਹੈ। ਫਲॉप्स ਦੀ ਐਬਰੀਵੇਸ਼ਨ ਵੀ ਉਹਨੇ 1-2 ਵਾਰੀ ਪੁੱਛੀ ਹੈ। ਫਲॉप्स ਹੁੰਦਾ ਹੈ ਫਲੋਟਿੰਗ ਪੁਆਇੰਟ ਆਪਰੇਸ਼ਨ ਪਰ ਸੈਕਿੰਡ। ਇੱਕ ਇਹਦੇ ਨਾਲ ਲੱਗਦੀ ਐਬਰੀਵੇਸ਼ਨ ਹੋਰ ਵੀ ਪੁੱਛ ਲੈਂਦਾ, ਮਿਪਸ। ਮਿਪਸ ਹੁੰਦਾ ਹੈ ਮਿਲੀਅਨਸ ਆਫ ਇੰਸਟਰਕਸ਼ਨ ਪਰ ਸੈਕਿੰਡ। ਇਹ ਦੋਨੇ ਚੀਜ਼ਾਂ ਯਾਦ ਰੱਖਿਓ। ਤੇ ਵਰਲਡ ਫਰਸਟ, ਦੁਨੀਆ ਦਾ ਪਹਿਲਾ ਸੁਪਰ ਕੰਪਿਊਟਰ ਕਿਹੜਾ ਸੀ? ਇਹਦੇ ਤੋਂ ਪਹਿਲਾਂ ਇੱਧਰ ਆ ਜਾਂਦੇ ਆ, ਇੰਡੀਆਜ਼ ਫਾਸਟੈਸਟ ਸੁਪਰ ਕੰਪਿਊਟਰ। ਇੰਡੀਆ ਦਾ ਕਿਹੜਾ? ਪੀਰੈਮ ਸਿੱਧੀ AI। ਤਾਂ ਪੀਰੈਮ ਆਪਾਂ ਨੂੰ ਸਵਾਲ ਪੁੱਛਿਆ ਵੀ ਪੀਰੈਮ ਕੀ ਹੈ, ਤਾਂ ਆਪਾਂ ਕਿਹਾ ਸੀ ਸੁਪਰ ਕੰਪਿਊਟਰ ਹੈ। ਇਹ ਵੀ 2020 ਦਾ ਆਇਆ ਹੋਇਆ, 2022 ਦਾ। ਦੁਨੀਆ ਦਾ ਪਹਿਲਾ ਫਰੰਟੀਅਰ ਹੈ, ਪਹਿਲਾ ਨਹੀਂ ਸੌਰੀ, ਅੱਜ ਕੱਲ ਇਹਦਾ ਫਾਸਟੈਸਟ ਹੈ। ਦੁਨੀਆ ਦਾ ਫਾਸਟੈਸਟ ਕਿਹੜਾ ਹੈ? ਫਰੰਟੀਅਰ ਹੈ। ਤੇ ਇੰਡੀਆ ਦਾ ਫਾਸਟੈਸਟ ਕਿਹੜਾ ਹੈ? ਉਹ ਪੀਰੈਮ ਸਿੱਧੀ AI। ਤੇ ਦੁਨੀਆ ਦਾ ਪਹਿਲਾ ਕਿਹੜਾ ਸੀ ਤੇ ਇੰਡੀਆ ਦਾ ਪਹਿਲਾ ਕਿਹੜਾ ਸੀ? ਇੰਡੀਆ ਦਾ ਪਹਿਲਾ ਤਾਂ ਦੇਖੋ ਪੀਰੈਮ 8000 ਸੀਗਾ, 1991 ਚ ਸਵਾਲ ਬਣ ਸਕਦਾ ਹਿਸਟਰੀ ਤੇ। ਤੇ ਵਰਲਡ ਦਾ ਪਹਿਲਾ ਕਿਹੜਾ ਸੀ? ਇੱਥੇ ਥੋੜਾ ਜਿਹਾ ਘੁੰਡੀ ਹੈ, ਕੰਪੀਟੀਟਿਵ ਵਾਲੇ ਨੇ ਜਿਹੜੇ ਉਹ Cray-1 ਨੂੰ ਹੀ ਮੰਨਦੇ ਨੇ, 1975 ਦੇ ਵਿੱਚ ਆਇਆ ਸੀ। ਤੇ ਬਟ ਅਸਲ ਦੇ ਵਿੱਚ ਜਿਹੜਾ ਹੈਗਾ CDC 6600 ਹੈ, ਇਹ 1964 ਦੇ ਵਿੱਚ ਆਇਆ ਸੀ। ਇਹ ਆਪਸ਼ਨਾਂ ਦੇ ਵਿੱਚ ਹੀ ਨਹੀਂ ਪਾਉਂਦੇ। ਜੇ ਦੋਨੇ ਆਪਸ਼ਨਾਂ ਪਾਈਆਂ ਨੇ ਫਿਰ ਤਾਂ CDC 6600 ਲਾ ਦਿਓ, ਜੇ Cray-1 ਪਾਈ ਆ ਤਾਂ Cray-1 ਹੀ ਲਾ ਦਿਓ, ਜੇ ਆਹ ਪਾਇਆ ਤਾਂ ਇਹ ਲਾ ਦਿਓ। ਜੇ ਦੋਨੇ ਆ ਗਏ ਫਿਰ CDC 6600 ਤੇ ਜਾਣਾ, ਠੀਕ ਹੈ, ਕਿਉਂਕਿ ਉਹ ਕੰਟਰੋਵਰਸ਼ੀਅਲ ਹੁੰਦੀਆਂ ਨੇ ਚੀਜ਼ਾਂ, ਤਾਂ ਕਰਕੇ ਇਹ ਇਸੇ ਨੂੰ ਹੀ ਮੰਨਦੇ ਨੇ। ਤਾਂ ਇਹ ਸਵਾਲ ਫਿਰ ਸੀਗਾ ਸੁਪਰ ਕੰਪਿਊਟਰ ਹੈ ਪੀਰੈਮ। ਅਗਲਾ ਸਵਾਲ,
ਵਿਚ ਆਫ ਦੀ ਫੋਲੋਇੰਗ ਇਜ਼ ਦ ਕੀ ਫੰਕਸ਼ਨ ਆਫ ਫਾਇਰਵਾਲ। ਕਹਿੰਦਾ ਫਾਇਰਵਾਲ ਦਾ ਕੀ ਫੰਕਸ਼ਨ ਕੀ ਹੈ, ਮੇਨ ਮਤਲਬ ਮੇਨ ਉਹਦਾ ਕੀ ਕੰਮ ਹੈ। ਮੋਨੀਟਰਿੰਗ ਕਰਨਾ, ਡਿਲੀਟ ਕਰਨਾ, ਮਿਟਾਉਣਾ, ਇਹ ਵੀ ਕੰਮ ਨਹੀਂ ਹੈ। ਕਾਪਿੰਗ ਕਰਨਾ, ਕਾਪਿੰਗ ਮੂਵਿੰਗ, ਇਹ ਵੀ ਕੰਮ ਨਹੀਂ ਹੈ। ਤਾਂ ਮੋਨੀਟਰਿੰਗ ਕਰਨਾ, ਦੇਖ ਰੇਖ ਕਰਨਾ, ਤਾਂ ਆਪਾਂ ਦੇਖ ਲੈਂਦੇ ਹਾਂ ਫਾਇਰਵਾਲ ਕੀ ਹੁੰਦਾ ਹੈ। ਇੱਕ ਇੰਟਰਨੈਟ ਹੁੰਦਾ ਜਿੱਥੋਂ ਆਪਣੇ ਕੋਲੇ ਕਨੈਕਸ਼ਨ ਆ ਰਹੇ ਹੁੰਦੇ ਨੇ, ਇੱਕ ਆਪਣਾ ਹੋਮ ਨੈਟਵਰਕ ਹੁੰਦਾ, ਆਪਾਂ ਨੈਟ ਦੇ ਨਾਲ ਜੁੜੇ ਹਾਂ ਤਾਂ ਹੀ ਆਪਾਂ ਪੂਰੀ ਦੁਨੀਆ ਦੇ ਨਾਲ ਕਮਿਊਨੀਕੇਟ ਕਰ ਸਕਦੇ ਹਾਂ। ਬਟ ਵਿਚਕਾਰ ਆਪਾਂ ਇੱਕ ਐਵੇਂ ਦਾ ਸਿਸਟਮ ਜਾਂ ਡਿਵਾਈਸ ਲਾ ਲਾਂਗੇ ਜਿਹਦੇ ਤੇ ਅਸੀਂ ਰੂਲ ਪਾਵਾਂਗੇ ਵੀ ਕਿਹੜੀ ਕਿਹੜੀ ਚੀਜ਼ ਅੰਦਰ ਆ ਸਕੇ, ਕਿਹੜੀ ਕਿਹੜੀ ਚੀਜ਼ ਅੰਦਰ ਨਾ ਆ ਸਕੇ। ਕਿਉਂ ਕਰਦੇ ਆ? ਕਿਉਂਕਿ ਸਾਨੂੰ ਰੱਖਿਆ ਤਾਂ ਕਰਨੀ ਪੈਂਦੀ ਹੈ ਨਾ। ਜਿਵੇਂ ਆਪਾਂ ਗੇਟ ਲਾ ਲੈਂਦੇ ਹਾਂ, ਸਿਕਿਉਰਿਟੀ ਗਾਰਡ ਲਾ ਲੈਂਦੇ ਹਾਂ, ਵੀ ਕਿਹੜੀ ਚੀਜ਼ ਉੱਥੇ ਇਨਕੁਆਇਰੀ ਹੋ ਕੇ ਆਵੇ। ਜਿਵੇਂ ਆਪਾਂ ਯੂਨੀਵਰਸਿਟੀ ਜਾਂਦੇ ਹਾਂ, ਐਡਮਿਨ ਬਲਾਕ ਦੇ ਵਿੱਚ ਉਸ ਐਂਟਰੀ ਕਰਾ ਕੇ ਜਾਣ ਦਿੰਦੇ ਨੇ। ਜੇ ਕੋਈ ਐਂਟਰੀ 'ਚ ਲਿਖਦੇ ਬੰਦਾ ਵੀ ਮੈਂ ਕਿਲਰ ਆ, ਮੈਂ ਅੰਦਰ ਜਾਣਾ ਚਾਹੁੰਦਾ, ਫਿਰ ਉਹਨੂੰ ਅੰਦਰ ਥੋੜੀ ਜਾਣ ਦੇਣਗੇ। ਜਾਂ ਕਿਸੇ ਸਪੈਸੀਫਿਕ ਬੰਦੇ ਦੀ ਐਂਟਰੀ ਬੈਨ ਹੋ ਜਾਂਦੀ ਹੈ ਹਨਾ, ਜਿਵੇਂ ਸ਼ਾਇਦ ਤੁਸੀਂ ਜਾਣਦੇ ਹੋ ਵੀ ਤੜੀ ਪਾਰ ਇਹ ਗੱਲਾਂ ਸੁਣੀਆਂ ਹੋਣ ਹਨਾ, ਤਾਂ ਉੱਥੇ ਐਂਟਰੀ ਬੈਨ ਹੋ ਜਾਂਦੀ ਹੈ ਲੋਕਾਂ ਦੀ। ਤਾਂ ਇੱਥੇ ਵੀ ਡੇਟਾ ਦੀ ਜਾਂ ਕਿਸੇ ਵੈਬਸਾਈਟ ਨੂੰ ਆਪਾਂ ਬੈਨ ਕਰ ਸਕਦੇ ਹਾਂ। ਜਿਵੇਂ ਯੂਨੀਵਰਸਿਟੀਆਂ ਦੇ ਵਿੱਚ ਮੋਸਟਲੀ 9 ਤੋਂ 5 ਹੈ ਜਿਹੜੀ ਫੇਸਬੁੱਕ ਬੰਦ ਹੁੰਦੀ ਹੈ, ਉਹਨੂੰ ਬੰਦ ਕਰਨ ਦੇ ਲਈ ਫਾਇਰਵਾਲ ਤੇ ਰੂਲ ਪਾਏ ਜਾਂਦੇ ਨੇ, ਰੂਲ ਡਿਫਾਈਨ ਕੀਤੇ ਜਾਂਦੇ ਨੇ ਵੀ ਕਿਹੜੇ ਸੋਰਸ ਤੋਂ, ਕਿਸੇ ਸੋਰਸ ਆਈਪੀ ਐਡਰੈਸ ਦੇ ਨਾਲ ਹੁੰਦਾ ਹੈ। ਜਿਵੇਂ ਆਈਪੀ ਸਪੋਜ਼ ਕਰੋ ਆਪਾਂ ਕਹਿ ਦਈਏ ਵੀ facebook.com, ਇਹ ਤਾਂ ਹੋਗਾ ਡੋਮੇਨ, ਇਹਦੇ ਡੋਮੇਨ ਦੇ ਕਰਸਪੋਂਡਿੰਗ ਇੱਕ ਆਈਪੀ ਹੋਊਗਾ। ਸਪੋਜ਼ ਕਰੋ ਆਪਾਂ ਲੈ ਲਿਆ 92.64.32.5, ਇਹ ਆਈਪੀ ਹੈ। ਤਾਂ ਇੱਥੇ ਰੂਲ ਪਾ ਦਾਂਗੇ ਵੀ ਜਿਹੜਾ ਵੀ ਕਨੈਕਸ਼ਨ ਜਾਂ ਇਨਕਮਿੰਗ ਜਾਂ ਆਊਟਗੋਇੰਗ ਟ੍ਰੈਫਿਕ ਇਹ ਵਾਲੇ ਆਈਪੀ ਤੇ ਜਾ ਰਿਹਾ ਉਹਨੂੰ ਆਪਾਂ ਕੀ ਕਰ ਦਈਏ, ਡਿਨਾਈ ਕਰ ਦਈਏ। ਤਾਂ ਇਹ ਨਹੀਂ ਲੰਘਣ ਦੇਊਗਾ। ਦੇਖੋ ਆਹ ਡਿਨਾਈ ਕੀਤਾ ਹੋਇਆ, ਆਹ ਡਿਨਾਈ ਕੀਤਾ ਹੋਇਆ। ਤਾਂ ਫਾਇਰਵਾਲ ਕੀ ਕਰ ਰਿਹਾ? ਮੋਨੀਟਰ ਕਰ ਰਿਹਾ, ਐਨਾਲਾਈਸਿਸ ਕਰ ਰਿਹਾ ਡੇਟਾ ਦਾ। ਤਾਂ ਫਿਰ ਇਹਨੂੰ ਆਪਾਂ ਕਹਿ ਸਕਦੇ ਹਾਂ ਪ੍ਰੋਵਾਈਡ ਏ ਪ੍ਰੋਟੈਕਸ਼ਨ ਅਗੇਂਸਟ ਆਊਟਸਾਈਡ ਸਾਈਬਰ ਅਟੈਕਸ। ਤੇ ਕਿਉਂ ਕੀਤਾ ਜਾਂਦਾ ਹੈ? ਬਹੁਤ ਸਾਰੇ ਅਟੈਕ ਜਿਹੜੇ ਹੈਗੇ ਨੇ ਸਾਡੇ ਪਰਸਨਲ ਨੈਟਵਰਕ ਤੇ ਨਾ ਹੋਣ, ਤਾਂ ਉੱਥੋਂ ਸ਼ੀਲਡ ਪ੍ਰੋਵਾਈਡ ਕਰਦਾ ਕੰਪਿਊਟਰ ਨੈਟਵਰਕਸ ਨੂੰ। ਮਲੀਸ਼ੀਅਸ ਐਕਟੀਵਿਟੀ ਔਰ ਅਨਨੈਸੈਸਰੀ ਟ੍ਰੈਫਿਕ ਹੈ ਜਿਹੜਾ, ਉਹਨੂੰ ਆਪਾਂ ਕੀ ਕਰ ਦਿੰਦੇ ਹਾਂ, ਅਵੋਇਡ ਕਰ ਦਿੰਦੇ ਹਾਂ ਰੂਲ ਵਗੈਰਾ ਪਾ ਕੇ। ਇਹ ਜਿਵੇਂ ਆਪਾਂ ਵਿਜ਼ੂਅਲ ਦਿਖਾਏ ਹੋਏ ਨੇ ਤੁਹਾਨੂੰ ਕਿ ਰੈੱਡ ਵਾਲੇ ਨੇ ਜਿਹੜੇ ਉਹ ਨਹੀਂ ਲੰਘ ਰਹੇ ਅੰਦਰ ਕਿਉਂਕਿ ਰੂਲ ਪਾਏ ਹੋਏ ਨੇ ਰੈੱਡ ਦੇ ਅਕੋਰਡਿੰਗ, ਗ੍ਰੀਨ ਹੈ ਜਿਹੜੇ ਆਪਾਂ ਅਲਾਉ ਕੀਤੇ ਹੋਏ ਨੇ। ਤਾਂ ਜਿਹੜੇ ਇਹ ਸ਼ਬਦ ਆਪਾਂ ਨੂੰ ਪੁੱਛੇ ਜਾ ਸਕਦੇ ਆ, ਜਿਵੇਂ ਮੋਨੀਟਰ ਕਰਦਾ ਹੈ, ਐਨਾਲਿਸਿਸ ਕਰਦਾ ਹੈ, ਜਾਂ ਪ੍ਰੀਵੈਂਟਿੰਗ ਅਨਆਥੋਰਾਈਜ਼ਡ ਐਕਸੈਸ, ਇਹ ਵੀ ਇੱਕ ਵਾਰੀ ਪੁੱਛਿਆ ਜਾ ਚੁੱਕਾ ਹੈ। ਫਾਇਰਵਾਲ ਕੀ ਕਰਦਾ? ਇੱਕ ਤਾਂ ਟ੍ਰੈਫਿਕ ਦੀ ਮੋਨੀਟਰਿੰਗ ਕਰਦਾ, ਇੱਕ ਟ੍ਰੈਫਿਕ ਦੀ ਐਨਾਲਿਸਿਸ ਕਰਦਾ ਟ੍ਰੈਫਿਕ ਨੂੰ, ਇੱਕ ਪ੍ਰੀਵੈਂਟ ਕਰਦਾ ਅਨਆਥੋਰਾਈਜ਼ਡ ਐਕਸੈਸ ਨੂੰ, ਜਿਹਨੂੰ ਅਥਾਰਟੀ ਹੈ ਨਹੀਂ ਉਹ ਅੰਦਰ ਨਹੀਂ ਜਾ ਸਕਦਾ। ਤਾਂ ਫਿਰ ਇਹਦਾ ਆਨਸਰ ਇਹ ਆ। ਅਗਲਾ ਸਵਾਲ, ਡੈਵੋਰੈਕ ਇਜ਼ ਯੂਜ਼ਡ ਵਿਦ ਰੈਫਰੈਂਸ ਟੂ। ਕਹਿੰਦਾ ਡੈਵੋਰੈਕ ਕਿਹਦੇ ਸੰਦਰਭ ਦੇ ਵਿੱਚ ਵਰਤਿਆ ਜਾਂਦਾ? ਪ੍ਰਿੰਟਰ, ਮੋਨੀਟਰ, ਮਾਊਸ ਤੇ ਕੀਬੋਰਡ। ਤਾਂ ਆਨਸਰ ਤਾਂ ਤੁਹਾਨੂੰ ਪਤਾ ਹੀ ਹੋਣਾ ਵੀ ਇਹ ਕੀਬੋਰਡ ਹੁੰਦਾ, ਆਨਸਰ ਡੀ ਹੈ। ਤਾਂ ਆਪਾਂ ਸਮਝ ਲੈਂਦੇ ਹਾਂ ਵੀ ਟਾਈਪਸ ਆਫ ਕੀਬੋਰਡ, ਕਿਉਂਕਿ ਜ਼ਰੂਰੀ ਨਹੀਂ ਇਹੀ ਪੁੱਛਿਆ ਜਾਵੇ, ਕੁਝ ਹੋਰ ਵੀ ਪੁੱਛ ਸਕਦਾ। ਜਿਵੇਂ ਸਭ ਤੋਂ ਪਹਿਲਾਂ QWERT ਕੀਬੋਰਡ ਆਇਆ ਸੀ, ਬਹੁਤ ਪੁਰਾਣਾ 1870 ਦੇ ਲਗਭਗ ਇਹ ਕੀਬੋਰਡ ਆਇਆ ਹੋਇਆ, ਲੈਟਿਨ ਸਕ੍ਰਿਪਟ ਅਲਫਾਬੈਟ ਨੇ ਇਹ। ਤੇ ਇਸ ਨੂੰ ਟ੍ਰੈਡੀਸ਼ਨਲ ਕੀਬੋਰਡ ਜਾਂ ਸਟੈਂਡਰਡ ਕੀਬੋਰਡ ਵੀ ਕਿਹਾ ਜਾਂਦਾ, ਇਹ ਗੱਲ ਯਾਦ ਰੱਖਣੀ ਹੈ, ਠੀਕ ਹੈ। ਤਾਂ QWERT ਕਿਉਂ ਕਿਹਾ ਜਾਂਦਾ? ਕਿਉਂਕਿ ਪਹਿਲੀ ਜਿਹੜੀ ਲਾਈਨ ਹੈ ਉਹ ਇੱਥੋਂ ਤੱਕ ਚੱਕਿਆ ਹੋਇਆ Y ਤੱਕ, ਵੀ ਇਹਨੂੰ ਤਾਂ ਕਿਹਾ ਜਾਂਦਾ, ਠੀਕ ਹੈ। ਇਹ ਸਭ ਤੋਂ ਪੁਰਾਣਾ ਸਟੈਂਡਰਡ ਕੀਬੋਰਡ ਇਹੀ ਹੈ। ਅਗਲਾ ਸਵਾਲ ਨਹੀਂ, ਅਗਲਾ ਟੌਪਿਕ, ਡੈਵੋਰਿਕ ਕੀਬੋਰਡ ਹੈ ਜਿਹੜਾ ਇਹ 1930 ਦੇ ਵਿੱਚ ਅਗਸਤ ਡੈਵੋਰਿਕ ਨਾਮ ਦੇ ਬੰਦੇ ਨੇ ਦਿੱਤਾ ਸੀਗਾ। ਇਹ ਟਾਈਪਿੰਗ ਐਗਰੋਨੋਮਿਕਸ ਨੂੰ ਇਨਕਰੀਜ਼ ਕਰਨ ਦੇ ਲਈ ਜਾਂ ਐਫੀਸ਼ੀਐਂਸੀ ਨੂੰ ਇਨਕਰੀਜ਼ ਕਰਨ ਦੇ ਲਈ, ਐਰਰ ਨੂੰ ਰਿਡਿਊਸ ਕਰਨ ਦੇ ਲਈ ਇਹਦੇ ਵਿੱਚ ਮੇਨ ਕੀਤਾ ਸੀਗਾ ਨਾ ਵੋਵਲ AEIOU ਵਾਲੇ, ਉਹ ਇੱਕ ਸਾਈਡ ਤੇ ਰੱਖਦੇ ਸੀ ਉਹਨੇ। ਵੋਵਲ ਐਂਡ ਪੰਕਚੁਏਸ਼ਨ ਮਾਰਕਸ ਨੇ ਜਿਹੜੇ ਉਹ ਇਕੱਠੇ ਰੱਖਤੇ, ਕੌਨਸੋਨੈਂਟ ਜਿਹੜੇ ਰਹਿ ਗਏ ਉਹਨੂੰ ਇੱਕ ਪਾਸੇ ਰੱਖਤੇ। ਤਾਂ ਥੋੜੀ ਜਿਹੀ ਐਫੀਸ਼ੀਐਂਸੀ ਵਧਾਉਣ ਦੇ ਲਈ ਇਹ ਚੀਜ਼ਾਂ ਕੀਤੀਆਂ ਸੀ। ਡੈਵੋਰਿਕ ਤਾਂ ਕਿਹਦੇ ਨਾਲ ਰਿਲੇਟਡ ਹੈ? ਕੀਬੋਰਡ ਦੇ ਨਾਲ। ਤਾਂ PDA ਕੀ ਹੈ? ਪਰਸਨਲ ਡਿਜੀਟਲ ਅਸਿਸਟੈਂਟ। ਮੈਂ ਤੁਹਾਨੂੰ ਦੱਸਿਆ ਸੀ ਇੱਕ ਸਾਡਾ ਮੋਬਾਈਲ ਫੋਨ ਜਾਂ ਇੱਕ ਡਿਵਾਈਸ ਜਿਹੜਾ ਕਿਸੇ ਸਪੈਸੀਫਿਕ ਫੰਕਸ਼ਨ ਦੇ ਲਈ ਕੰਮ ਕਰਦਾ ਹੈ, ਜੇ ਇਹਦੇ ਤੇ ਆਪਾਂ ਕੀਬੋਰਡ ਲਾਵਾਂਗੇ ਤਾਂ ਉਹ ਜਿਹੜਾ ਕੀਬੋਰਡ ਹੋਊਗਾ ਉਹ PDA ਕੀਬੋਰਡ ਹੋਊਗਾ। ਸਿਮਿਲਰਲੀ ਫਲੈਕਸੀਬਲ ਕੀਬੋਰਡ, ਜਿਹਨੂੰ ਅਸੀਂ ਮੋੜ ਕੇ ਡੱਬਿਆਂ 'ਚ ਪਾ ਦਿਆਂਗੇ, ਇਹ ਕਿਹੜਾ ਹੋਊਗਾ? ਫਲੈਕਸੀਬਲ। ਫਿਰ ਆ ਗਿਆ ਐਗਰੋਨੋਮਿਕ। ਐਗਰੋਨੋਮਿਕ ਹੁੰਦਾ ਮਸਲ ਸਟ੍ਰੈਸ ਜਾਂ ਸਟ੍ਰੇਨ। ਜੇ ਅਸੀਂ ਲੰਬੇ ਸਮੇਂ ਤੱਕ ਟਾਈਪਿੰਗ ਕਰਦੇ ਹਾਂ ਤਾਂ ਉੱਥੇ ਫਿਰ ਆਹ ਦੇਖੋ ਬੈਂਡ ਜਿਹਾ ਹੋਇਆ ਪਿਆ, ਤੇ ਉਸ ਹਿਸਾਬ ਨਾਲ ਜਾਂ ਜਿਵੇਂ ਅਸੀਂ ਚੇਅਰ ਨਹੀਂ ਯੂਜ਼ ਕਰਦੇ, ਕੁਝ ਚੇਅਰਸ ਕੰਫਰਟੇਬਲ ਹੁੰਦੀਆਂ ਨੇ, ਉਸ ਮਸਲ ਸਟ੍ਰੈਸ ਨੂੰ ਰਿਡਿਊਸ ਕਰਨ ਦੇ ਲਈ, ਉਵੇਂ ਹੀ ਹੈਂਡਸ ਦੀ ਪੋਜੀਸ਼ਨ ਸਹੀ ਰਵੇ ਉਹਦੇ ਲਈ ਹੁੰਦਾ ਐਗਰੋਨੋਮਿਕ ਕੀਬੋਰਡ। ਫਿਰ ਵਰਚੁਅਲ ਕੀਬੋਰਡ ਜਿਹੜਾ ਕੰਪਿਊਟਰ ਦੇ ਵਿੱਚ ਹੀ ਖੁੱਲਦਾ ਹੈ। ਗੇਮਿੰਗ ਕੀਬੋਰਡ ਜਿਹਦੇ ਵਿੱਚ ਨੰਬਰ ਆਫ ਕੀਜ਼
ਵੱਧ ਘੱਟ ਹੋ ਸਕਦੀਆਂ, ਗੇਮਾਂ ਦੇ ਹਿਸਾਬ ਨਾਲ ਸ਼ਾਰਟਕਟ ਹੋ ਸਕਦੇ ਨੇ। ਮਲਟੀਮੀਡੀਆ ਇੰਟਰਨੈਟ ਕੀਵਰਡ ਉਹ ਵਰਚੁਅਲ ਦੀ ਤਰ੍ਹਾਂ ਹੀ ਹੁੰਦਾ, ਜਿਹੜਾ ਨੈਟ ਤੋਂ ਖੁੱਲੇ, ਜਿਹੜਾ ਆਪਣੇ ਕੰਪਿਊਟਰ ਦੇ ਵਿੱਚੋਂ ਖੁੱਲੇ ਉਹ ਵਰਚੁਅਲ। ਨੈਟ ਵਾਲਾ ਵੀ ਵੈਸੇ ਵਰਚੁਅਲ ਹੀ ਹੁੰਦਾ ਇੰਟਰਨੈਟ ਕੀਬੋਰਡ, ਠੀਕ ਹੈ। ਤੇ ਡੈਵੋਰਕ ਕਿਹਦੇ ਨਾਲ ਡੀਲ ਕਰਦਾ ਹੈ? ਕੀਬੋਰਡ ਦੇ ਨਾਲ। ਸੌਖਾ ਨਾ ਕੰਮ। ਅਗਲਾ ਸਵਾਲ ਕਹਿੰਦਾ ਵੈਨ ਯੂ ਕੱਟ ਔਰ ਕਾਪੀ ਇਨਫੋਰਮੇਸ਼ਨ ਇਟ ਗੈਟਸ ਪਲੇਸਡ ਇਨ ਦਾ। ਕਹਿੰਦਾ ਜਦੋਂ ਤੁਸੀਂ ਇਨਫੋਰਮੇਸ਼ਨ ਨੂੰ ਕਾਪੀ ਜਾਂ ਕੱਟ ਕਰਦੇ ਹੋ ਕਿੱਥੇ ਜਾਂਦੀ ਹੈ? ਤਾਂ ਇਹ ਮੈਂ ਸ਼ਾਇਦ ਕਲਾਸ ਦੇ ਵਿੱਚ ਵੀ ਦੱਸਿਆ ਸੀ, ਜਿਹੜੇ ਬੱਚਿਆਂ ਨੇ ਕਲਾਸ ਲਈ ਸੀ, ਹਨਾ। ਤਾਂ ਇਹ ਕਿੱਥੇ ਜਾਂਦੀ ਹੈ? ਇਹ ਤਾਂ ਇਹ ਇੱਕ ਕਲਿੱਪ ਪਾਰਟ ਵੀ ਨਹੀਂ ਹੁੰਦਾ, ਇੰਟਰਨੈਟ ਨਹੀਂ ਹੁੰਦਾ, ਮਦਰਬੋਰਡ ਨਹੀਂ ਹੁੰਦਾ, ਤਾਂ ਕਲਿੱਪ ਬੋਰਡ ਨਾਮ ਦਾ ਇੱਕ ਏਰੀਆ ਹੁੰਦਾ, ਠੀਕ ਹੈ। ਕਲਿੱਪ ਬੋਰਡ ਕੀ ਹੁੰਦਾ ਹੈ? ਟੈਂਪਰੇਰੀ ਹੋਲਡਿੰਗ ਏਰੀਆ, ਟੈਂਪਰੇਰੀ ਡੇਟਾ ਹੋਲਡਿੰਗ ਏਰੀਆ। ਜਦੋਂ ਅਸੀਂ ਕੰਟਰੋਲ ਸੀ ਕਰਦੇ ਹਾਂ ਕਾਪੀ ਦੇ ਲਈ, ਕਿਤੇ ਵੀ ਪੇਸਟ ਨਹੀਂ ਕੀਤਾ, ਤਾਂ ਜਿਹੜੀ ਇਨਫੋਰਮੇਸ਼ਨ ਪੁਰਾਣੀ ਸੀ ਉਹ ਕਿੱਥੇ ਜਾਂਦੀ ਹੈ? ਕਲਿੱਪ ਬੋਰਡ ਤੇ ਜਾਂਦੀ ਹੈ। ਤਾਂ ਉਹਦੇ ਲਈ ਤੁਸੀਂ ਕਿਵੇਂ ਚੈੱਕ ਕਰਨਾ ਕਲਿੱਪ ਬੋਰਡ ਨੂੰ? ਤੁਸੀਂ ਕਲਿੱਕ ਕਰਕੇ ਦੇਖਿਓ Windows+B, ਤਾਂ ਉਹ ਪੁੱਛੂਗਾ ਕਿ ਡੂ ਯੂ ਵਾਂਟ ਟੂ ਐਕਟੀਵੇਟ ਜਾਂ ਔਨ ਦੀ ਕਲਿੱਪ ਬੋਰਡ ਹਿਸਟਰੀ। ਤੁਸੀਂ ਯੈਸ ਕਰਿਓ, ਉਦੋਂ ਬਾਅਦ ਕੁਝ ਕਾਪੀ ਕਰਿਓ Ctrl+C, ਤਾਂ ਉਹ ਉਦੋਂ ਬਾਅਦ ਕਰਿਓ Windows+V, ਵਿੰਡੋ ਦਾ ਸਾਈਨ ਹੋਊਗਾ ਇਸ ਤਰ੍ਹਾਂ ਕਰਕੇ ਬਣਿਆ ਹੋਊਗਾ, ਠੀਕ ਹੈ। ਤਾਂ ਉਹਦੇ ਤੇ ਕਲਿੱਕ ਕਰੋਗੇ ਤੁਹਾਨੂੰ ਇੱਥੇ ਡੇਟਾ ਮਿਲੂਗਾ। ਦੁਬਾਰੇ ਇਸ ਤੋਂ ਬਾਅਦ ਇੱਕ ਹੋਰ ਕਾਪੀ ਕਰਿਓ, ਉਹ ਅਗਲੀ ਪੋਜੀਸ਼ਨ ਤੇ ਡੇਟਾ ਚੱਲਦਾ ਜਾਊਗਾ। ਤਾਂ ਉਹ ਇੱਕ ਵਾਲਾ ਟੈਂਪਰੇਰੀ ਏਰੀਆ, ਉਹਨੂੰ ਅਸੀਂ ਕੀ ਬੋਲਦੇ ਹਾਂ? ਕਲਿੱਪ ਬੋਰਡ ਬੋਲਦੇ ਹਾਂ। ਬਹੁਤ ਇੰਪੋਰਟੈਂਟ ਸਵਾਲ ਹੈ, ਕਈ ਪੇਪਰਾਂ ਦੇ ਵਿੱਚ ਪੁੱਛਿਆ ਗਿਆ ਹੈ। ਤਾਂ ਵਿੰਡੋ ਲੋਗੋ ਕੀ+V ਦੇ ਨਾਲ ਤੁਸੀਂ ਚੈੱਕ ਕਰ ਸਕਦੇ ਹੋ। ਅਗਲਾ ਸਵਾਲ ਕਹਿੰਦਾ ਹਾਰਡ ਡਿਸਕ ਡਰਾਈਵਸ ਆਰ ਕੰਸੀਡਰ ਆਫ ਡੈਸ਼ ਸਟੋਰੇਜ। ਹਾਰਡ ਡਿਸਕ ਡਰਾਈਵ ਨੂੰ ਕੀ ਬੋਲਦੇ ਆਪਾਂ? ਫਲੈਸ਼ ਬੋਲਦੇ ਆ, ਨੌਨ ਵੋਲਾਟਾਈਲ ਹੈ, ਟੈਂਪਰੇਰੀ ਹੈ ਕਿ ਵੋਲਾਟਾਈਲ ਹੈ? ਦੇਖੋ ਇਹਦੇ ਲਈ ਮੈਂ ਪਹਿਲੀ ਵੀਡੀਓ ਦੇ ਵਿੱਚ ਵੀ ਥੋੜਾ ਜਿਹਾ ਦੱਸਿਆ ਸੀ ਤੁਹਾਨੂੰ, ਮੈਮਰੀ ਹਾਇਰਾਰਕੀ ਜਿਹੜੀ ਮੈਂ ਉਹ ਇੱਥੇ ਡਿਟੇਲ ਦੇ ਵਿੱਚ ਆਪਾਂ ਡਿਸਕਸ ਕਰ ਲੈਂਦੇ ਹਾਂ। ਇਹਦੇ ਵਿੱਚੋਂ ਪੱਕਾ ਸਵਾਲ ਇੱਕ ਨਾ ਇੱਕ ਆ ਜਾਂਦਾ, ਸਕਰੀਨਸ਼ਾਟ ਲੈ ਲਿਓ ਬਾਅਦ ਦੇ ਵਿੱਚ, ਪਹਿਲਾਂ ਸਮਝ ਲਓ। ਜਿਵੇਂ ਸਭ ਤੋਂ ਪਹਿਲਾਂ ਹੈਗਾ ਰਜਿਸਟਰ, ਇਹ ਸੀਕੁਐਂਸ ਦੇ ਵਿੱਚ ਹੀ ਯਾਦ ਰੱਖਣੇ ਆਪਾਂ। ਫਿਰ ਆਪਣੇ ਕੋਲੇ ਕੈਸ਼ੇ ਮੈਮਰੀ, ਫਿਰ ਰੈਮ। ਤੇ ਇਹ ਜਿਹੜੀਆਂ ਮੈਮਰੀਜ਼ ਨੇ, ਚਲੋ ਆਪਾਂ ਬਾਅਦ ਚ ਆਉਣੇ ਆ ਵੋਲਾਟਾਈਲ ਨੌਨ ਵੋਲਾਟਾਈਲ ਤੇ, ਜਾਂ ਪਹਿਲਾਂ ਹੀ ਦੱਸ ਦੇਣਾ। ਚਲੋ ਇਹ ਮੈਮਰੀਜ਼ ਨੇ ਜਿਹੜੀਆਂ ਰਜਿਸਟਰ, ਕੈਸ਼ੇ ਤੇ ਰੈਮ, ਇਹਨਾਂ ਦੇ ਵਿੱਚ ਜਦੋਂ ਵੀ ਅਸੀਂ ਪਾਵਰ ਆਫ ਕਰਦੇ ਹਾਂ, ਕੰਪਿਊਟਰ ਬੰਦ ਕਰ ਦਿੰਦੇ ਹਾਂ, ਜੋ ਡਾਟਾ ਇਹਦੇ ਵਿੱਚ ਹੁੰਦਾ ਇਹ ਖਾਲੀ ਹੋ ਜਾਂਦੀਆਂ ਨੇ, ਵਿਹਲੀਆਂ ਹੋ ਜਾਂਦੀਆਂ ਨੇ। ਇਹ ਮੈਮਰੀ ਦੇ ਵਿੱਚ ਕੁਝ ਵੀ ਸਟੋਰ ਨਹੀਂ ਹੁੰਦਾ, ਤਾਂ ਕਰਕੇ ਇਹ ਮੈਮਰੀਜ਼ ਨੂੰ ਕੀ ਕਿਹਾ ਜਾਂਦਾ? ਵੋਲਾਟਾਈਲ ਮੈਮਰੀ ਕਿਹਾ ਜਾਂਦਾ। ਅਗਲੀ ਮੈਮਰੀ ਹੈ ਇਲੈਕਟ੍ਰੋਨਿਕ ਫਲੈਸ਼। ਇਲੈਕਟ੍ਰੋਨਿਕ ਫਲੈਸ਼ ਦੀਆਂ ਕਿਹੜੀਆਂ ਟਾਈਪ ਨੇ? SSD ਦੀ ਐਬਰੀਵੇਸ਼ਨ ਇੰਪੋਰਟੈਂਟ ਹੈ। ਸੋਲਿਡ ਸਟੇਟ ਡਰਾਈਵ, ਸਿਮਿਲਰਲੀ SD ਕਾਰਡ ਹੁੰਦਾ, ਸਿਕਿਉਰ ਡਿਜੀਟਲ ਕਾਰਡ, ਪੈਨ ਡਰਾਈਵ, ਮੈਮਰੀ ਕਾਰਡ। ਇਹ ਸਾਰੀਆਂ ਕਿਹਦੀਆਂ ਟਾਈਪ ਨੇ? ਫਲੈਸ਼ ਮੈਮਰੀ ਦੀਆਂ। ਜਿਵੇਂ ਆਪਾਂ ਨੂੰ ਸਵਾਲ ਪੁੱਛਿਆ ਵੀ ਹਾਰਡ ਡਿਸਕ ਕਿਹੜੀ ਮੈਮਰੀ ਹੈ, ਉਵੇਂ ਪੁੱਛ ਸਕਦਾ, ਪੁੱਛਿਆ ਵੀ ਹੋਇਆ ਪੈਨ ਡਰਾਈਵ ਕਿਹੜੀ ਮੈਮਰੀ ਹੈ, ਸ਼ਾਇਦ ਆਪਾਂ ਲਾਸਟ ਵੀਡੀਓ 'ਚ ਕੀਤਾ ਸੀ। ਪੈਨ ਡਰਾਈਵ ਇੱਕ ਇਲੈਕਟ੍ਰੋਨਿਕ ਜਾਂ ਫਲੈਸ਼ ਮੈਮਰੀ, ਯਾਦ ਰੱਖਣਾ ਸਵਾਲ, ਠੀਕ ਹੈ। ਅਗਲਾ ਮੈਗਨੈਟਿਕ ਡਿਸਕ ਦੇ ਵਿੱਚ ਕਿਹੜੀਆਂ ਨੇ? ਹਾਰਡ ਡਿਸਕ ਹੈ, ਜਿਪ ਡਿਸਕ ਹੈ ਤੇ ਫਲੋਪੀ ਹੈ। ਫਿਰ ਆਪਾਂ ਗੱਲ ਕਰਦੇ ਹਾਂ ਆਪਟੀਕਲ ਦੀ। ਆਪਟੀਕਲ ਦੇ ਵਿੱਚ ਕਿਹੜੀਆਂ ਨੇ? CD, DVD ਤੇ ਬਲੂ-ਰੇ। CD ਹੁੰਦਾ ਕੰਪੈਕਟ ਡਿਸਕ, DVD ਹੁੰਦਾ ਡਿਜੀਟਲ ਵੀਡੀਓ ਡਿਸਕ, ਤੇ ਬਲੂ-ਰੇ ਵੀ ਸੇਮ ਹੁੰਦਾ। CD ਦੀ ਕਪੈਸਿਟੀ ਹੈ ਜਿਹੜੀ ਮੈਕਸਿਮਮ ਹੁੰਦੀ ਹੈ 700 MB, DVD ਦੀ 4.7 GB, ਤੇ ਬਲੂ-ਰੇ ਦੀ ਹੁੰਦੀ ਹੈ ਅਪਰੋਕਸੀਮੇਟ 50 GB। ਇੱਥੋਂ ਤੱਕ ਇਹਦੀ ਕਪੈਸਿਟੀ ਹੋ ਸਕਦੀ ਹੈ। ਤੇ ਫਲੋਪੀ ਡਿਸਕ ਦੀ ਮੈਕਸਿਮਮ ਕਪੈਸਿਟੀ ਹੁੰਦੀ ਹੈ 1.44 MB, ਤੇ ਜਿਪ ਡਿਸਕ ਦੀ ਮੈਕਸਿਮਮ ਕਪੈਸਿਟੀ ਕਿੱਥੋਂ ਤੱਕ ਹੋ ਸਕਦੀ ਹੈ? 250 MB ਤੇ 750 MB, ਸ਼ਾਇਦ ਮੈਨੂੰ ਐਗਜ਼ੈਕਟ ਯਾਦ ਨਹੀਂ। ਇੱਕ ਵੇਰੀਏਸ਼ਨ ਹੋਰ ਹੁੰਦਾ ਇਹਦਾ, ਕੋਈ 250 ਪਤਾ ਨਹੀਂ 350 ਤੇ 750 MB, ਠੀਕ ਹੈ। ਜੇ ਕਿਸੇ ਨੂੰ ਤੁਹਾਨੂੰ ਆਈਡੀਆ ਹੈ ਤਾਂ ਚੈੱਕ ਕਰਕੇ ਜਿਪ ਦੇ ਮੈਨੂੰ ਕਮੈਂਟ ਕਰਕੇ ਦੱਸਿਓ, ਠੀਕ ਹੈ। ਸੋ ਇਹ ਇਹਨਾਂ ਦੇ ਸਾਈਜ਼ ਵਗੈਰਾ ਹੋ ਸਕਦੇ ਨੇ, ਤੇ ਹਾਰਡ ਡਿਸਕ ਦਾ ਸਾਈਜ਼ ਅਨਲਿਮਿਟਡ ਹੁੰਦਾ ਹੈ, ਟੈਰਾਬਾਈਟ ਦੇ ਪੈਟਾਬਾਈਟ ਦੇ ਵਿੱਚ ਹੋ ਸਕਦਾ, ਠੀਕ ਹੈ ਜੀ। ਅਗਲਾ ਹੈਗਾ ਮੈਗਨੈਟਿਕ ਟੇਪ, ਕੈਸਟ ਜਾਂ ਵੀਡੀਓ ਕੈਸਟ ਰਿਕਾਰਡਰ ਵੀ ਬੋਲਦੇ ਆ। ਸੋ ਇਹ ਸਾਰੀਆਂ ਮੈਮਰੀਜ਼ ਨੇ। ਉੱਪਰ ਵਾਲੀਆਂ ਵੋਲਾਟਾਈਲ ਨੇ, ਨੀਚੇ ਵਾਲੀਆਂ ਕੀ ਨੇ? ਨੌਨ ਵੋਲਾਟਾਈਲ ਨੇ। ਨੌਨ ਵੋਲਾਟਾਈਲ ਦਾ ਮਤਲਬ ਕਿ ਕੋਈ ਵੀ ਡਾਟਾ ਇਹਦੇ ਵਿੱਚ ਪਿਆ, ਜਦੋਂ ਅਸੀਂ ਪਾਵਰ ਆਫ ਕਰ ਦਈਏ ਡਾਟਾ ਡਿਲੀਟ ਨਹੀਂ ਹੁੰਦਾ। ਵੋਲਾਟਾਈਲ ਨੂੰ ਅਸੀਂ ਕੀ ਬੋਲਦੇ ਹਾਂ? ਟੈਂਪਰੇਰੀ ਮੈਮਰੀ ਵੀ ਕਹਿ ਸਕਦੇ ਹਾਂ, ਟੈਂਪਰੇਰੀ ਮੈਮਰੀ। ਤੇ ਨੌਨ ਵੋਲਾਟਾਈਲ ਕੀ ਹੁੰਦੀ ਹੈ? ਪਰਮਾਨੈਂਟ। ਕਲੀਅਰ ਹੋਈ ਗੱਲ? ਸੋ ਇਹ ਵਾਲੀਆਂ ਪਰਮਾਨੈਂਟ ਨੇ। ਇੱਕ ਹੋਰ ਵੇਰੀਏਬਲ ਦੇਖ ਲੈਂਦੇ ਆ, ਜਿਹੜੀਆਂ ਉੱਪਰ ਵਾਲੀਆਂ ਸਾਰੀਆਂ ਮੈਮਰੀਜ਼ ਨੇ ਇਹ ਰੈਂਡਮ ਐਕਸੈਸ ਨੇ ਜਾਂ ਡਾਇਰੈਕਟ ਐਕਸੈਸ ਨੇ। ਲਾਸਟ ਮੈਮਰੀ ਹੈ ਜਿਹੜੀ ਸੀਕੁਐਂਸ਼ੀਅਲ ਜਾਂ ਸੀਰੀਅਲ ਐਕਸੈਸ। ਜਿਵੇਂ ਕੈਸਟ ਦੇ ਵਿੱਚ ਆਪਾਂ ਗਾਣਾ ਸੁਣਦੇ ਆ, ਇੱਕ ਗਾਣੇ ਤੋਂ ਬਾਅਦ ਦੂਜਾ ਗਾਣਾ, ਤੀਜਾ, ਜਿਵੇਂ ਪੁਰਾਣੀਆਂ ਰੀਲਾਂ ਨਹੀਂ ਆਉਂਦੀਆਂ ਸੀ, ਪਹਿਲੇ ਗਾਣੇ ਤੋਂ ਬਾਅਦ ਲਗਾਤਾਰ ਕਹਿ ਰਿਹਾ ਸੀ, ਪਹਿਲੇ ਗਾਣੇ ਤੋਂ ਬਾਅਦ ਡਾਇਰੈਕਟਲੀ ਆਪਾਂ ਚੌਥਾ ਨਹੀਂ ਸੁਣ ਸਕਦੇ, ਉਹਨੂੰ ਕੀ ਕਰਨਾ ਪਊ? ਫਾਰਵਰਡ ਕਰਨਾ ਪਊ। ਤਾਂ ਮੈਗਨੈਟਿਕ ਟੇਪ ਜਿਹੜੀਆਂ ਮੈਮਰੀ ਹੁੰਦੀਆਂ ਨੇ ਇਹ ਕਿਹੜੀਆਂ ਨੇ? ਇਹ ਸੀਕੁਐਂਸ਼ੀਅਲ ਜਾਂ ਸੀਰੀਅਲ ਐਕਸੈਸ ਨੇ।
ਤੇ ਬਾਕੀ ਦੀਆਂ ਜਿਹੜੀਆਂ ਨੇ ਰੈਂਡਮ ਜਾਂ ਡਾਇਰੈਕਟ ਐਕਸੈਸ ਨੇ। ਠੀਕ ਹੈ, ਜੇ ਆਪਾਂ ਸਾਈਜ਼ ਦੀ ਗੱਲ ਕਰੀਏ, ਉੱਪਰ ਨੂੰ ਸਾਈਜ਼ ਘੱਟ ਹੈ, ਨੀਚੇ ਨੂੰ ਸਾਈਜ਼ ਵੱਧਦਾ ਜਾਂਦਾ ਹੈ। ਕੋਸਟ ਦੀ ਗੱਲ ਕਰੀਏ, ਉੱਪਰ ਕਾਸਟਲੀ ਹੈ, ਨੀਚੇ ਨੂੰ ਕੋਸਟ ਘਟਦੀ ਜਾਂਦੀ ਹੈ। ਜੇ ਆਪਾਂ ਸਪੀਡ ਦੀ ਗੱਲ ਕਰੀਏ, ਉੱਪਰ ਹਾਈ ਸਪੀਡ ਹੈ, ਥੱਲੇ ਨੂੰ ਸਪੀਡ ਜਿਹੜੀ ਹੈ ਘਟਦੀ ਜਾਂਦੀ ਹੈ। ਤਾਂ ਹੁਣ ਆਪਾਂ ਕੱਲੇ ਕਰਕੇ ਦੇਖ ਲੈਂਦੇ ਹਾਂ। ਸਭ ਤੋਂ ਪਹਿਲਾਂ ਸਪੀਡ, ਉੱਪਰ ਹਾਈ ਸਪੀਡ, ਨੀਚੇ ਲੋ ਸਪੀਡ। ਸਪੀਡ ਦੇ ਨਾਲ ਇੱਕ ਐਕਸੈਸ ਟਾਈਮ ਹੈ। ਫੋਰ ਐਗਜ਼ਾਮਪਲ, ਇੱਥੋਂ ਮੈਂ ਕਹਿ ਲਓ ਵੀ ਮੋਹਾਲੀ ਜਾਣਾ, ਮੋਹਾਲੀ ਜਾਣ ਤੇ ਮੈਨੂੰ, ਜੇ ਮੈਂ ਕਾਰ ਤੇ ਜਾ ਰਿਹਾ, ਜੇ ਮੈਂ 100 ਦੀ ਸਪੀਡ ਤੇ ਜਾ ਰਿਹਾ ਤਾਂ ਮੈਨੂੰ ਘੰਟਾ ਲੱਗਦਾ। ਠੀਕ ਹੈ, ਰਫਲੀ ਲੈ ਕੇ ਚੱਲ ਰਿਹਾ, 100 ਦੀ ਸਪੀਡ ਤੇ ਜਾ ਰਿਹਾ ਤਾਂ ਮੈਨੂੰ ਘੰਟਾ ਲੱਗਦਾ। ਤੇ ਜੇ ਮੈਂ ਸਪੀਡ ਕਰ ਦਿੰਦਾ 80 ਤਾਂ ਮੈਨੂੰ 1.5 ਘੰਟਾ ਲੱਗਦਾ। ਤਾਂ ਜੇ ਸਪੀਡ ਮੈਂ ਘਟਾਈ, ਐਕਸੈਸ ਟਾਈਮ ਵਧਿਆ। ਜੇ ਮੈਂ ਸਪੀਡ ਵਧਾਈ ਤਾਂ ਐਕਸੈਸ ਟਾਈਮ ਘਟਿਆ। ਐਕਸੈਸ ਟਾਈਮ ਕੀ ਹੈ? ਮੋਹਾਲੀ ਪਹੁੰਚਣ ਦਾ ਜਿੰਨਾ ਟਾਈਮ ਲੱਗਦਾ ਉਹਨੂੰ ਐਕਸੈਸ ਟਾਈਮ, ਮੋਹਾਲੀ ਨੂੰ ਐਕਸੈਸ ਕਰਨਾ। ਜੇ ਮੈਂ ਸਪੀਡ 100 ਤੋਂ ਵੀ ਵਧਾਈ ਤਾਂ 1 ਘੰਟੇ ਤੋਂ ਵੀ ਸਮਾਂ ਘਟ ਜਾਊਗਾ। ਜੇ ਸਪੀਡ ਜ਼ਿਆਦਾ ਹੁੰਦੀ ਹੈ ਤਾਂ ਐਕਸੈਸ ਟਾਈਮ ਕੀ ਹੋ ਜਾਂਦਾ ਹੈ? ਘਟ ਜਾਂਦਾ ਹੈ। ਜੇ ਸਪੀਡ ਘਟ ਜਾਂਦੀ ਹੈ ਤਾਂ ਐਕਸੈਸ ਟਾਈਮ ਵੱਧ ਜਾਂਦਾ। ਦੇਖੋ, ਹਾਈ ਸਪੀਡ ਹੈ ਤਾਂ ਮਤਲਬ ਐਕਸੈਸ ਟਾਈਮ ਆਪਣਾ ਕੀ ਹੋ ਜਾਊਗਾ? ਸਮਾਂ ਘਟ ਜਾਊਗਾ। ਤਾਂ ਸਵਾਲ ਕਈ ਵਾਰੀ ਇਹ ਵੀ ਪੁੱਛ ਸਕਦਾ ਹੈ ਵੀ ਰਜਿਸਟਰ, ਕੈਸ਼ੇ ਤੇ ਰੈਮ, ਇਹਨਾਂ ਦੇ ਵਿੱਚੋਂ ਐਕਸੈਸ ਟਾਈਮ ਘੱਟ ਕਿਹਦਾ? ਸਪੀਡ ਰਜਿਸਟਰ ਦੀ ਜ਼ਿਆਦਾ ਹੈ ਤੇ ਐਕਸੈਸ ਟਾਈਮ ਵੀ ਇਹਦਾ ਹੀ ਘੱਟ ਹੈ। ਐਕਸੈਸ ਟਾਈਮ ਰੈਮ ਦਾ ਜ਼ਿਆਦਾ। ਇੱਥੇ ਫਿਰ ਉਲਝਣਾ ਨਹੀਂ ਵੀ ਅਸੀਂ ਕਹਿੰਦੇ ਰਜਿਸਟਰ ਦੀ ਸਪੀਡ ਜ਼ਿਆਦਾ ਹੈ ਤਾਂ ਐਕਸੈਸ ਟਾਈਮ ਵੀ ਜ਼ਿਆਦਾ ਹੈ। ਤਾਂ ਸੋਚ ਸਮਝ ਕੇ ਉੱਤਰ ਲਾਉਣਾ ਹੈ। ਸਾਨੂੰ ਜਿਵੇਂ ਮਰਜ਼ੀ ਫਸਾ ਸਕਦਾ ਹੈ। ਮੈਂ ਅਕਸਰ ਹੀ ਗੱਲ ਕਰਦਾ ਹੁੰਦਾ ਕਲਾਸ ਦੇ ਵਿੱਚ ਵੀ ਤੁਸੀਂ ਹਮੇਸ਼ਾ ਹੀ, ਆਪਾਂ ਤਿਆਰੀ ਕਰਨ ਵੇਲੇ ਪੇਪਰਾਂ ਦੀ ਕੁਐਸਚਨ ਪੜ੍ਹਦੇ ਹਾਂ ਜਦੋਂ, ਇਸ ਤਰੀਕੇ ਨਾਲ ਸੋਚਣਾ ਚਾਹੀਦਾ ਵੀ ਉਹ ਤੁਹਾਨੂੰ ਫਸਾ ਕਿੱਥੇ ਸਕਦਾ, ਕਨਸੈਪਟ ਬਿਲਡਿੰਗ। ਤਾਂ ਜੇ ਸਾਨੂੰ ਇਹੀ ਪਤਾ ਲੱਗ ਗਿਆ ਵੀ ਉਹ ਬੰਦਾ ਸਾਨੂੰ ਕਿਹੜੇ ਟਰੈਪ ਦੇ ਵਿੱਚ ਫਸਾ ਸਕਦਾ, ਫਿਰ ਅਸੀਂ ਮਾਰ ਨਹੀਂ ਖਾਂਦੇ। ਅਸੀਂ ਜ਼ਿਆਦਾਤਰ ਕੀ ਕਰਦੇ ਹਾਂ, ਸਾਨੂੰ ਇਹ ਲੱਗਦਾ ਵੀ ਸਵਾਲ ਦਿੱਤਾ, ਜਲਦੀ ਸੋਲਵ ਕਰੀਏ ਤੇ ਅਗਲੇ ਤੇ ਜਾਈਏ। ਸੋ ਇਹ ਚੀਜ਼ਾਂ ਨਹੀਂ ਹੁੰਦੀਆਂ। ਪਹਿਲਾਂ ਤੁਸੀਂ ਸੋਚੋ ਉਸ ਬੰਦੇ ਦੀ ਤਰ੍ਹਾਂ ਜਿਹਨੇ ਆਪਾਂ ਨੂੰ ਪੇਪਰ ਪਾਇਆ, ਹੋ ਸਕਦਾ ਉਹ ਸਾਨੂੰ ਕਿਹੜੇ ਟਰੈਪ ਦੇ ਵਿੱਚ ਫਸਾਉਣਾ ਚਾਹੁੰਦਾ ਹੈ। ਜੇ ਤੁਸੀਂ ਉਹਦਾ ਟਰੈਪ ਸਮਝ ਗਏ, ਫਿਰ ਆਪਾਂ ਕਦੇ ਨਹੀਂ ਫਸਦੇ। ਜਿਵੇਂ ਮੋਸਟਲੀ ਆਪਾਂ ਚੂਹਾ ਫੜਦੇ ਹਾਂ ਪਿੰਜਰੇ 'ਚ, ਹਨਾ। ਚੂਹੇ ਨੂੰ ਜੇ ਪਤਾ ਹੀ ਲੱਗ ਗਿਆ ਵੀ ਮੈਨੂੰ ਫੜੂਗਾ, ਚੂਹਾ ਵੜੂਗਾ ਵਿੱਚ। ਕਈ ਵਾਰੀ ਚੂਹਿਆਂ ਨੂੰ ਪਤਾ ਵੀ ਲੱਗ ਜਾਂਦਾ ਵੀ ਟਰੈਪ ਆ, ਉਹ ਨਹੀਂ ਵੜਦੇ। ਪਰ ਜ਼ਿਆਦਾਤਰ ਬੰਦੇ ਚਲੇ ਜਾਂਦੇ, ਬੰਦੇ ਦਾ ਚੱਲ ਕੀ ਉਹ ਚੂਹੇ ਚਲੇ ਗਏ ਜਾਂਦੇ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਟਰੈਪ ਕਿੱਥੇ ਆ। ਤਾਂ ਬੰਦਿਆਂ ਤੇ ਵੀ ਟਰੈਪ ਲੱਗੇ ਹੁੰਦੇ ਨੇ ਬਹੁਤ। ਜੇ ਬੰਦਿਆਂ ਨੂੰ ਟਰੈਪ ਦਾ ਪਤਾ ਲੱਗ ਗਿਆ, ਬੰਦੇ ਟਰੈਪ 'ਚ ਕਦੇ ਨਹੀਂ ਫਸਦੇ। ਤਾਂ ਹਮੇਸ਼ਾ ਹੀ ਜਦੋਂ ਸਵਾਲ ਸੋਲਵ ਕਰਨੇ ਨੇ ਤਾਂ ਟਰੈਪ ਬਾਰੇ ਧਿਆਨ ਦੇਖੋ। ਥਿੰਕ ਲਾਈਕ ਏ, ਮਤਲਬ ਕਿ ਟੀਚਰ ਹੈਗੀ, ਟੀਚਰ ਹੋ ਵੈਸੇ ਤੁਸੀਂ ਸਾਰੇ, ਜਿਹਨੂੰ ਤੁਸੀਂ ਤਿਆਰੀ ਕਰ ਰਹੇ ਹੋ, ਤੁਹਾਨੂੰ ਜ਼ਿਆਦਾ ਆਉਂਦਾ। ਹੁਣ ਮੈਨੂੰ ਦੂਜਾ ਥੋੜੀ ਆ ਸਕਦਾ, ਮੈਨੂੰ ਕੁਆਂਟ ਆਉਣਾ ਥੋੜੀ ਆ ਸਕਦਾ ਜਿੰਨਾ ਤੁਹਾਨੂੰ ਆਉਂਦਾ। ਤੁਹਾਨੂੰ ਸਾਰੇ ਸਬਜੈਕਟ ਆਉਂਦੇ ਨੇ, ਹਨਾ। ਤਾਂ ਆਪਣੇ ਆਪ ਤੇ ਕੌਨਫੀਡੈਂਸ ਰੱਖੋ। ਕੌਨਫੀਡੈਂਸ ਕਦੇ ਨਹੀਂ ਲੋ ਕਰਨਾ ਚਾਹੀਦਾ। ਹਾਂ ਠੀਕ ਹੈ, ਪੇਪਰ ਥੋੜੇ ਬਹੁਤ ਲੇਟ ਹੋ ਰਹੇ ਨੇ, ਪਰ ਇਹਨਾਂ ਚੀਜ਼ਾਂ ਨੂੰ ਇਹ ਜ਼ਿੰਦਗੀ ਦਾ ਹਿੱਸਾ ਨੇ। ਇਹਨਾਂ ਚੀਜ਼ਾਂ ਤੋਂ ਜੇ ਆਪਾਂ ਨਿਕਲ ਕੇ ਅੱਗੇ ਜਾਵਾਂਗੇ ਤਾਂ ਡੈਫੀਨੇਟਲੀ ਸਕਸੈਸ ਤੁਹਾਨੂੰ ਮਿਲੂਗੀ, ਹਨਾ। ਸੋ ਜਿਵੇਂ ਆਪਾਂ ਗੱਲ ਕਰ ਰਹੇ ਸੀ ਵੇਰੀਏਬਲ ਦੀ, ਅਗਲੇ ਵੇਰੀਏਬਲ ਦੀ ਆਪਾਂ ਗੱਲ ਕਰਦੇ ਹਾਂ। ਉੱਪਰ ਨੂੰ ਮੈਮਰੀ ਕਾਸਟਲੀ ਹੈ, ਨੀਚੇ ਨੂੰ ਮੈਮਰੀ ਚੀਪਰ ਹੈ। ਕਿਉਂ ਕਾਸਟਲੀ ਹੈ? ਕਿਉਂਕਿ ਸਪੀਡ ਬਹੁਤ ਜ਼ਿਆਦਾ ਤੇ ਸਾਈਜ਼ ਘੱਟ ਮਿਲੂਗਾ ਹੀ। ਉੱਪਰ ਨੂੰ ਸਮਾਲ ਸਾਈਜ਼ ਤੇ ਨੀਚੇ ਨੂੰ ਲਾਰਜ ਸਾਈਜ਼। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਮੈਮਰੀ ਹਾਇਰਾਰਕੀ। ਸਕਰੀਨਸ਼ਾਟ ਲੈ ਸਕਦੇ ਹੋ, ਇਹਦੇ ਚੋਂ ਪੱਕਾ ਸਵਾਲ ਇੱਕ ਦੋ ਬਣ ਜਾਂਦੇ ਨੇ। ਜਿਵੇਂ ਹੁਣ ਇਹਦਾ ਸਵਾਲ ਕੀ ਸੀਗਾ, ਹਾਰਡ ਡਿਸਕ ਡਰਾਈਵ ਆਰ ਕੰਸੀਡਰ ਆਫ ਡੈਸ਼ ਸਟੋਰੇਜ। ਤਾਂ ਕਿਹੜੀ ਸਟੋਰੇਜ ਹੈ ਇਹ? ਹਾਰਡ ਡਿਸਕ। ਹੁਣੀ ਪੜ੍ਹ ਕੇ ਗਏ ਆਪਾਂ, ਹਾਰਡ ਡਿਸਕ ਆਹ ਵਾਲੀ ਹੈ ਇਹ। ਤੇ ਇਹ ਕਿਹਦਾ ਹਿੱਸਾ ਹੈ? ਇਹ ਨੌਨ ਵੋਲਾਟਾਈਲ ਦਾ ਹਿੱਸਾ ਹੈ। ਤਾਂ ਹੁਣ ਆਪਾਂ ਨੂੰ ਆਨਸਰ ਲਾਉਣਾ ਸੌਖਾ ਹੋ ਗਿਆ, ਬੀ ਆਨਸਰ ਹੈ। ਠੀਕ ਹੈ, ਅਗਲਾ ਸਵਾਲ ਕਹਿੰਦਾ ਵਿਚ ਟਾਈਪ ਆਫ ਮੈਮਰੀ ਹੋਲਡਸ ਦੀ ਪ੍ਰੋਗਰਾਮ ਟੂ ਸਟਾਰਟ ਅਪ ਦੀ ਕੰਪਿਊਟਰ। ਹੁਣ ਪਿੱਛੇ ਜਿਹੜੀਆਂ ਆਪਾਂ ਮੈਮਰੀ ਪੜ੍ਹ ਲਈਆਂ ਉਹਦੇ ਚ ਆਪਾਂ ਰੋਮ ਨਹੀਂ ਪੜ੍ਹੀ ਸੀ, ਕੈਸ਼ੇ ਵੀ ਪੜ੍ਹ ਲਈ, ਰੈਮ ਵੀ ਪੜ੍ਹ ਲਈ, ਰੈਂਡਮ ਐਕਸੈਸ ਮੈਮਰੀ। ਰੈਮ ਨੂੰ ਆਪਾਂ ਵਰਕਿੰਗ ਏਰੀਆ ਆਫ ਕੰਪਿਊਟਰ ਵੀ ਬੋਲਦੇ ਹਾਂ। ਇੱਥੇ ਮੈਂ ਸ਼ਾਇਦ ਨਹੀਂ ਦੱਸ ਕੇ ਗਿਆ। ਰੈਮ ਨੂੰ ਤੁਸੀਂ ਲਿਖ ਸਕਦੇ ਹੋ ਵਰਕਿੰਗ ਏਰੀਆ ਆਫ ਕੰਪਿਊਟਰ। ਚਲੋ ਸਕਰੀਨਸ਼ਾਟ ਲੈ ਲਿਓ, ਮੈਂ ਇੱਕ ਵਾਰੀ ਦੁਬਾਰੇ ਲਿਖ ਦਿੰਦਾ, ਵਰਕਿੰਗ ਏਰੀਆ ਆਫ ਕੰਪਿਊਟਰ। ਤੇ ਇਸ ਇਕੱਲੇ ਮੈਮਰੀ ਨੂੰ ਹੀ ਫਿਜ਼ੀਕਲ ਬੋਲਿਆ ਜਾਂਦਾ ਹੈ। ਪਹਿਲਾਂ ਵੀ ਬਹੁਤ ਵਾਰੀ ਦੱਸ ਚੁੱਕਿਆ, ਫਿਜ਼ੀਕਲ ਮੈਮਰੀ। ਇਹ ਸਾਰੇ ਨਾ ਜਿਹੜੇ ਮੈਮਰੀ ਦੇ ਆਪਾਂ ਕਹ ਲਈਏ CPU ਦੇ, OS ਦੇ, ਇਹ ਆਪਾਂ ਚੈਪਟਰ ਵਾਈਜ਼ ਡਿਸਕਸ ਕੀਤੇ ਹੋਏ ਨੇ। ਪੁਰਾਣੇ ਬੰਦਿਆਂ ਨੂੰ ਸਾਰਿਆਂ ਨੂੰ ਪਤਾ ਹੈ। ਜਿਹੜੇ ਨਵੇਂ ਜੁੜੇ ਹੋ ਤੁਸੀਂ ਚੈਪਟਰ ਵਾਈਜ਼ ਜਾ ਕੇ ਦੇਖ ਸਕਦੇ ਹੋ, ਸਾਰੀਆਂ ਵੀਡੀਓ ਪਈਆਂ ਨੇ, ਫ੍ਰੀ ਆਫ ਕਾਸਟ ਹੈ। ਜੇ ਤੁਸੀਂ ਨੋਟਸ ਲੈਣਾ ਚਾਹੁੰਦੇ ਹੋ ਤਾਂ ਸਾਡੇ ਨੰਬਰ ਹੈ 94,635 90346। ਇਹਦੇ ਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ। ਨਾਲ ਲੱਗਦੇ ਮੈਂ ਤੁਹਾਨੂੰ ਟੈਸਟ ਸੀਰੀਜ਼ ਬਾਰੇ ਦੱਸਦਾ। ਸਬ ਇੰਸਪੈਕਟਰ ਦੀ ਆਪਣੀ ਟੈਸਟ ਸੀਰੀਜ਼ ਬਿਲਕੁਲ ਰੈਡੀ ਹੈ ਤੇ ਉਹ ਆਪਾਂ ਦੇ ਰਹੇ ਹਾਂ ਤੁਹਾਨੂੰ ਸਾਰਿਆਂ ਨੂੰ। ਜੇਕਰ ਤੁਸੀਂ ਸਬ ਇੰਸਪੈਕਟਰ ਦੀ ਟੈਸਟ ਸੀਰੀਜ਼ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ, ਫੋਨ ਵੀ ਕਰ ਸਕਦੇ ਹੋ ਇਸ ਨੰਬਰ ਤੇ, ਟਾਈਮ ਲੈ ਕੇ ਥੋੜਾ ਮੈਸੇਜ ਕਰਕੇ। ਤੇ ਆਪਾਂ ਤੁਸੀਂ ਉਹਦੇ ਬਾਰੇ ਵੀ ਅਸੀਂ ਤੁਹਾਨੂੰ ਸਾਰਾ ਦੱਸ ਦਾਂਗੇ। ਠੀਕ ਹੈ, ਕਿਉਂਕਿ ਪੁਰਾਣੇ
ਕੁਐਸਚਨਾਂ ਤੋਂ ਹੀ ਸਾਨੂੰ ਪਤਾ ਲੱਗਦਾ ਟੈਸਟ ਸੀਰੀਜ਼। ਨੈਗੇਟਿਵ ਮਾਰਕਿੰਗ ਨੂੰ ਕਿਵੇਂ ਹੈਂਡਲ ਕਰਨਾ, ਟਾਈਮ ਮੈਨੇਜਮੈਂਟ ਨੂੰ ਕਿਵੇਂ ਹੈਂਡਲ ਕਰਨਾ, ਉਹ ਟੈਸਟ ਸੀਰੀਜ਼ ਤੋਂ ਵਧੀਆ ਆਪਾਂ ਨੂੰ ਕੁਝ ਨਹੀਂ ਦੱਸ ਸਕਦਾ। ਠੀਕ ਹੈ, ਚਲੋ ਸਵਾਲ ਤੇ ਆਉਂਦੇ ਹਾਂ ਅਗਲੇ ਤੇ। ਆਹ ਵਾਲਾ ਸਵਾਲ ਸੀ, ਹਾਂ ਆਪਾਂ ਰੋਮ ਦੀ ਗੱਲ ਨਹੀਂ ਕੀਤੀ। ਹੁਣ ਰੋਮ ਦਾ ਕੀ ਕੰਮ ਹੁੰਦਾ ਹੈ, ਤਾਂ ਆਪਾਂ ਡਾਇਗਰਾਮ 'ਚੋਂ ਦੇਖ ਲੈਂਦੇ ਹਾਂ। ਜਦੋਂ ਹੀ ਅਸੀਂ ਪਾਵਰ ਔਨ ਕੰਪਿਊਟਰ ਦੀ ਸਵਿੱਚ ਤੇ ਜਿਹੜੀ ਪਾਵਰ ਆਉਣ ਵਾਲੀ ਸਵਿੱਚ ਆ ਉੱਥੇ ਅਸੀਂ ਪ੍ਰੈਸ ਕਰਦੇ ਹਾਂ, ਤਾਂ ਸਭ ਤੋਂ ਪਹਿਲਾਂ ਕੀ ਹੁੰਦਾ, ਬਾਇਓਸ ਚੱਲਦੀ ਹੈ। ਬਾਇਓਸ ਹੈ ਬੇਸਿਕ ਇਨਪੁਟ ਆਊਟਪੁੱਟ ਸਿਸਟਮ, ਇਹਦੀ ਐਬਰੀਵੇਸ਼ਨ ਪੁੱਛ ਸਕਦਾ ਹੈ। ਪੋਸਟ ਹੁੰਦਾ ਪਾਵਰ ਔਨ ਸੈਲਫ ਟੈਸਟ। ਪੋਸਟ ਇੱਕ ਆਪਰੇਸ਼ਨ ਹੁੰਦਾ ਹੈ, ਬਾਇਓਸ ਇੱਕ ਸੈੱਲ ਹੈ। ਇਹ ਇੱਕ ਸੈੱਲ ਹੈ ਜਾਂ ਮੈਮਰੀ ਆਪਾਂ ਕਹਿ ਸਕਦੇ ਹਾਂ, ਇਹ ਇੱਕ ਆਪਰੇਸ਼ਨ ਹੈ। ਤਾਂ ਕੀ ਹੁੰਦਾ, ਬਾਇਓਸ ਸੈੱਲ ਦੇ ਵਿੱਚ ਇੱਕ ਬੈਟਰੀ ਹੁੰਦੀ ਹੈ, ਗੋਲ ਜਿਹਾ ਸੈੱਲ ਹੁੰਦਾ, ਚਿੱਟਾ ਜਿਹਾ ਚਾਂਦੀ ਰੰਗਾ ਜਿਹਾ। ਜੇ ਇਹਨੂੰ ਕੱਢ ਦਈਏ ਤਾਂ ਬਾਇਓਸ ਰੀਸੈਟ ਹੋ ਜਾਂਦੀ ਹੈ, ਟਾਈਮ ਤੋਂ ਮੁੜ ਜਾਂਦਾ ਸਭ ਕੁਝ। ਤਾਂ ਟਾਈਮ ਤਾਂ ਹੀ ਬਣਿਆ ਰਹਿੰਦਾ ਕਿਉਂਕਿ ਬਾਇਓਸ ਇੱਕ ਬੈਟਰੀ ਹੁੰਦੀ ਹੈ ਆਪਣੇ ਕੋਲ। ਬਾਇਓਸ ਦੀ ਐਬਰੀਵੇਸ਼ਨ ਯਾਦ ਰੱਖਣੀ ਹੈ, ਬੇਸਿਕ ਇਨਪੁਟ ਆਊਟਪੁੱਟ ਸਿਸਟਮ। ਤੇ ਪੋਸਟ ਹੁੰਦਾ ਪਾਵਰ ਔਨ ਸੈਲਫ ਟੈਸਟ, ਆਪਣੇ ਆਪ ਨੂੰ ਟੈਸਟ ਕਰਦਾ ਉਹ ਵੀ ਕਿ ਉਹਦੇ ਨਾਲ ਜਿੰਨੇ ਡਿਵਾਈਸ ਲੱਗੇ ਨੇ, ਸਪੀਕਰ ਲੱਗਿਆ, ਮਾਈਕ ਲੱਗਿਆ, ਇਨਪੁਟ ਆਊਟਪੁੱਟ ਡਿਵਾਈਸ, ਕੀਬੋਰਡ ਲੱਗਿਆ, ਸਾਰੇ ਕੀ ਉਹ ਵਰਕਿੰਗ ਕੰਡੀਸ਼ਨ ਦੇ ਵਿੱਚ ਹੈਗੇ ਨੇ, ਕਿ ਉਹ ਸਹੀ ਚੱਲ ਰਹੇ ਨੇ। ਜੇ ਉਹ ਸਹੀ ਚੱਲ ਰਹੇ ਨੇ ਤਾਂ ਫਿਰ ਕੀ ਹੋਊਗਾ, ਡਿਸਕ ਦੇ ਵਿੱਚ ਆਪਰੇਟਿੰਗ ਸਿਸਟਮ ਪਿਆ ਹੋਊਗਾ। ਡਿਸਕ ਕਿਹਨੂੰ ਕਹਿ ਰਿਹਾ, ਉਹ ਹਾਰਡ ਡਿਸਕ ਨੂੰ ਕਹਿ ਰਿਹਾ। ਹਾਰਡ ਡਿਸਕ ਦੇ ਵਿੱਚ ਆਪਣੇ ਕੋਲ ਡਰਾਈਵ ਬਣੀਆਂ ਹੁੰਦੀਆਂ ਨੇ, ਜਿਵੇਂ ਸੀ ਡਰਾਈਵ ਹੈ, ਅਗਲੀ ਆਪਣੇ ਕੋਲ ਡੀ ਡਰਾਈਵ ਹੈ, ਅਗਲੀ ਆਪਣੇ ਕੋਲ ਈ ਡਰਾਈਵ ਹੈ। ਇੱਥੇ ਆਪਰੇਟਿੰਗ ਸਿਸਟਮ ਪਿਆ ਹੋਊਗਾ। ਆਪਰੇਟਿੰਗ ਸਿਸਟਮ ਨੂੰ ਲੋਡ ਕਰਾ ਕੇ ਰੈਮ ਦੇ ਵਿੱਚ ਲੈ ਕੇ ਆਉਣਾ, ਉਹ ਕਿਹਦਾ ਕੰਮ ਹੈ, ਬੂਟ ਲੋਡਰ ਦਾ ਕੰਮ ਹੈ। ਤੇ ਬੂਟ ਲੋਡਰ ਕਿਹੜੀ ਮੈਮਰੀ ਦੇ ਵਿੱਚ ਸਟੋਰ ਹੁੰਦਾ ਹੈ, ਰੋਮ ਦੇ ਵਿੱਚ ਸਟੋਰ ਹੁੰਦਾ ਹੈ। ਆਹ ਇੱਕ ਰੋਮ ਮੈਮਰੀ ਹੁੰਦੀ ਹੈ, ਰੋਮ ਦੇ ਵਿੱਚ ਬੂਟ ਲੋਡਰ ਪਿਆ ਹੁੰਦਾ ਹੈ। ਬੂਟ ਲੋਡਰ ਕੀ ਕਰਦਾ, ਆਪਰੇਟਿੰਗ ਸਿਸਟਮ ਨੂੰ ਹਾਰਡ ਡਿਸਕ ਦੇ ਵਿੱਚੋਂ ਲੋਡ ਕਰਾ ਕੇ ਰੈਮ ਦੇ ਵਿੱਚ ਲੈ ਆਉਂਦਾ। ਤੇ ਇਸ ਵਾਲੀ ਪ੍ਰੋਸੈਸ ਨੂੰ ਅਸੀਂ ਕੀ ਬੋਲ ਦਿੰਦੇ ਹਾਂ, ਬੂਟ ਸਟ੍ਰੈਪਿੰਗ। ਬੂਟ ਸਟ੍ਰੈਪਿੰਗ ਇਜ਼ ਦੀ ਪ੍ਰੋਸੈਸ ਆਫ ਲੋਡਿੰਗ ਆਫ ਆਪਰੇਟਿੰਗ ਸਿਸਟਮ from secondary storage ਜਾਂ from disk to from primary storage ਜਾਂ from to ਦੁਬਾਰੇ ਬੋਲਦਾ, bootstrapping is the process of loading of operating system from secondary storage to primary storage ਜਾਂ from disk to RAM, ਕਿਉਂਕਿ RAM ਨੂੰ ਆਪਾਂ ਨੂੰ ਪਤਾ ਪ੍ਰਾਇਮਰੀ ਸਟੋਰੇਜ ਕਹਿੰਦੇ ਆ ਤੇ ਡਿਸਕ ਨੂੰ ਆਪਾਂ ਸੈਕੰਡਰੀ ਸਟੋਰੇਜ ਕਹਿੰਦੇ ਆ। ਤਾਂ ਬੂਟ ਲੋਡਰ ਇੱਕ ਐਵੇਂ ਦਾ ਸੌਫਟਵੇਅਰ, ਐਵੇਂ ਦਾ ਪ੍ਰੋਗਰਾਮ ਹੈ ਜਿਹੜਾ ਆਪਰੇਟਿੰਗ ਸਿਸਟਮ ਨੂੰ ਲੋਡ ਕਰਾਉਂਦਾ ਹੈ ਰੈਮ ਦੇ ਵਿੱਚ। ਤੇ ਇਹ ਬੂਟ ਲੋਡਰ ਸਟੋਰ ਕਿੱਥੇ ਹੁੰਦਾ ਹੈ, ਰੋਮ ਦੇ ਵਿੱਚ ਸਟੋਰ ਹੁੰਦਾ ਹੈ। ਯਾਦ ਰੱਖਣਾ ਹੈ, ਸਭ ਤੋਂ ਪਹਿਲਾਂ ਬਾਇਓਸ ਪੋਸਟ ਚਲਾਊ, ਜੇ ਇਹ ਸਹੀ ਚੱਲ ਗਿਆ ਉਸ ਤੋਂ ਬਾਅਦ ਕਹਿਣਗੇ ਵੀ ਆ ਜਾ ਵੀ ਸ਼ੇਰਾ ਆਪਰੇਟਿੰਗ ਸਿਸਟਮ ਨੂੰ ਲੋਡ ਕਰਕੇ ਕਿੱਥੇ ਲੈ ਕੇ ਆਊਗਾ, ਰੈਮ ਦੇ ਵਿੱਚ ਲੈ ਕੇ ਆਊਗਾ। ਤਾਂ ਸਵਾਲ ਮੈਨੂੰ ਲੱਗਦਾ ਹੈ ਐਵੇਂ ਦਾ ਹੀ ਪੁੱਛਿਆ ਸੀ, ਵਿਚ ਟਾਈਪ ਆਫ ਮੈਮਰੀ ਹੋਲਡ ਦੀ ਪ੍ਰੋਗਰਾਮ ਟੂ ਸਟਾਰਟ ਅਪ ਦੀ ਕੰਪਿਊਟਰ। ਜਿਹੜਾ ਕੰਪਿਊਟਰ ਨੂੰ ਸਟਾਰਟ ਅਪ ਕਰਨ ਦੇ ਲਈ ਪ੍ਰੋਗਰਾਮ ਹੁੰਦਾ ਹੈ, ਹੇਠ ਲਿਖਿਆਂ ਚੋਂ ਕਿਹੜੀ ਮੈਮਰੀ ਹੋਲਡ ਕਰਦੀ ਆ, ਤਾਂ ਉਹ ਕਿਹੜੀ ਮੈਮਰੀ ਹੋਲਡ ਕਰਦੀ ਹੈ, ਰੋਮ। ਹੁਣ ਰੈਮ ਨਹੀਂ ਇੱਥੇ ਆਨਸਰ ਆਊਗਾ, ਰੈਮ ਦੇ ਵਿੱਚ ਤਾਂ ਆਪਰੇਟਿੰਗ ਸਿਸਟਮ ਲੋਡ ਹੁੰਦਾ ਹੈ। ਤਾਂ ਮੈਮਰੀ ਸਟਾਰਟਅਪ ਕਰਨ ਦੇ ਲਈ ਕਿਹੜਾ, ਜਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਰੋਮ ਦੇ ਵਿੱਚ ਕੀ ਹੁੰਦਾ ਹੈ, ਸਟਾਰਟਅਪ ਇੰਸਟਰਕਸ਼ਨ ਸਟੋਰ ਹੁੰਦੀਆਂ ਨੇ। ਤਾਂ ਆਪਾਂ ਲਿਖ ਸਕਦੇ ਹਾਂ ਯੂਜ਼ ਟੂ ਸਟੋਰ, ਇੱਥੇ ਮੈਂ ਲਿਖ ਦਿੰਦਾ ਰੋਮ ਯੂਜ਼ ਟੂ ਸਟੋਰ ਸਟਾਰਟਅਪ ਇੰਸਟਰਕਸ਼ਨਸ ਜਾਂ ਰੂਟੀਨ। ਠੀਕ ਹੈ, ਸਟਾਰਟਅਪ ਇੰਸਟਰਕਸ਼ਨ ਜਾਂ ਰੂਟੀਨ ਹੁੰਦੀਆਂ ਨੇ, ਇਹ ਆਪਣੀਆਂ ਰੋਮ ਦੇ ਵਿੱਚ ਸਟੋਰ ਹੁੰਦੀਆਂ ਨੇ। ਤਾਂ ਆਨਸਰ ਫਿਰ ਇਹਦਾ ਬੀ ਹੋਣਾ ਚਾਹੀਦਾ। ਤਾਂ ਬਿਲਕੁਲ ਆਨਸਰ ਬੀ ਹੈ। ਸੋ ਇਹ ਸੀਗੇ ਅੱਧੇ ਸਵਾਲ ਹੀ ਦੇਖੇ ਨੇ ਆਪਾਂ, ਵੀਡੀਓ ਥੋੜੀਆਂ ਜਿਹੀਆਂ ਲੰਬੀਆਂ ਹੋ ਜਾਂਦੀਆਂ। ਮੈਂ ਦੂਜਾ ਪਾਰਟ ਵੀ ਕਰਾਊਂਗਾ ਕਿਉਂਕਿ 15 ਸਵਾਲ ਸੀਗੇ, ਉਹਦੇ ਵਿੱਚ ਥੋੜਾ ਬਹੁਤ ਐਕਸਪਲੇਨੇਸ਼ਨ ਵਾਲੇ ਜ਼ਿਆਦਾ ਨੇ। ਇਹ ਮੇਨ ਦੇ 15 ਸੀਗੇ। ਤੇ ਬਾਕੀ ਤੁਸੀਂ ਦੋਸਤਾਂ ਮਿੱਤਰਾਂ ਦੇ ਨਾਲ ਆਪਣਾ ਚੈਨਲ ਸ਼ੇਅਰ ਕਰੋ, ਕਿਉਂਕਿ ਬਹੁਤ ਸਾਰੇ ਬੰਦੇ ਤਿਆਰੀ ਕਰ ਰਹੇ ਨੇ, ਬਹੁਤ ਸਾਰੇ ਬੰਦਿਆਂ ਤੱਕ ਰੀਚ ਨਹੀਂ ਹੋ ਰਹੀ ਕਿਉਂਕਿ ਹਜੇ ਗਰੋ ਨਹੀਂ ਹੈਗਾ ਆਪਣਾ ਚੈਨਲ ਇੰਨਾ। ਤਾਂ ਚੀਜ਼ਾਂ ਥੋੜ੍ਹੀਆਂ ਜਿਹੀਆਂ ਪਹੁੰਚਣੀਆਂ ਔਖੀਆਂ ਨੇ। ਬਹੁਤ ਸਾਰਾ ਕੰਟੈਂਟ ਜਿਹੜਾ ਹੈ ਆਨਲਾਈਨ ਅਵੇਲੇਬਲ ਆ, ਉਹਦੇ ਕਰਕੇ ਔਖਾ। ਐਡ ਊਡ ਲਾ ਕੇ ਤਾਂ ਪਹੁੰਚ ਜਾਂਦਾ ਹੈ, ਇੰਨਾ ਹੁਣ ਆਪਣਾ ਬਜਟ ਨਹੀਂ ਹੈਗਾ ਉਹਨਾਂ ਚੀਜ਼ਾਂ ਨੂੰ ਦੇਖ ਕੇ, ਹਨਾ। ਤਾਂ ਆਪਣੀ ਤਾਂ ਐਡ ਤੁਸੀਂ ਕਰਨੀ ਹੈ ਕਿਉਂਕਿ ਆਪਾਂ ਤੁਹਾਨੂੰ ਕਰਾ ਰਹੇ ਹਾਂ। ਜੇਕਰ ਤੁਹਾਨੂੰ ਵਧੀਆ ਲੱਗਦਾ ਹੈ, ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸ ਵੀ ਦਿਆ ਕਰੋ। ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਥੈਂਕ ਯੂ।